मैं मूर्ख की केतक बात है, कोट पराधी तरियारे। गुर नानक जिन सुनिया पेखिया, से फिर गरबास ना परिया रे। खत्री ब्राह्मण सूद वैस, सब एक नाम तरानथ। गुर नानक उपदेश कहत है, जो सुनै सो पार परानथ। खत्री ब्राह्मण सूद वैस, उपदेश चहो वरना को सांझा। गुरमुख नाम जपै उदरै सो कल मह, घट घट नानक माझा। खत्री ब्राह्मण सूद वैस, उदरै सिमर चंडाल। जिन जान्यो प्रभ अपना, नानक तिसहर वाल। तेरा अंत न जाई लखिया, अकथ न जाई हर कथया। नानक जिन कौ सतगुर मिलिया, तिनका लेखा निबड़िया। सतनाम श्री वाहिगुरु साहिब जी। श्लोक महला पंजवा। ओहो कृपाल स्वामी मेरे, संता संग विहारे। तुदहो भुले से जम जम मरदे, तिन कदे ना चुकण हावे। ओहो कृपाल स्वामी मेरे, संता संग विहारे। तुदहो भुले से जम जम मरदे, तिन कदे ना चुकण हावे। वाहिगुरु जी का खालसा, वाहिगुरु जी की फतेह। जाहर जहूर हाजिर हजूर, सर्ब कला भरपूर। दसां पातशाहियां दी जोत, धन श्री गुरु ग्रंथ साहिब जी महाराज। सतगुरां दी अपरपार किरपा रहमत दा सदका, जगत गुरु जाहर पीर जगत गुरु बाबा धन धन श्री गुरु नानक देव साहिब जी महाराज, सतगुरां दे पावने अस्थान सचखंड दरबार गुरुद्वारा श्री बेर साहिब जी विखे अमृत वेले तो सजे हुए सुंदर दीवान की हाजरी भर रही गुरु की साची नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश किते। सत संगत का अमोलक सुहागा समा सतगुरां दी दया दृष्टि का सदका प्राप्त होया है। और ब्रह्म होवा सहाई, कथा कीर्तन सुखदाई। जिथे अमृत वेले पंज बाणियां दा नितनेम सतगुरां दी पावन हजूरी अंदर होया, आसा की वार दा संपूर्ण कीर्तन
ਗਰੀਬ ਨਿਵਾਜ ਸਾਹਿਬ ਜੀ ਦੀ ਪਾਵਨ ਹਾਜ਼ਰੀ ਦੇ ਅੰਦਰ ਗੁਰੂ ਦੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਰਾਮਕਲੀ ਰਾਗ ਦੀ ਦੂਸਰੀ ਵਾਰ ਇਸ ਦੇ ਅੰਦਰ ਮਹਾਰਾਜ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਪਾਵਨ ਉਪਦੇਸ਼ 9ਵੀਂ ਪੌੜੀ ਸ਼ਲੋਕਾਂ ਦੇ ਸਹਿਤ ਗਰੀਬ ਨਿਵਾਜ ਬਖਸ਼ਿਸ਼ ਕਰ ਰਹੇ ਹਨ। ਰਾਮਕਲੀ ਰਾਗ ਦੀ ਇਹ ਦੂਸਰੀ ਵਾਰ ਦੀਆਂ 8 ਪੌੜੀਆਂ ਦੀ ਵਿਚਾਰ ਪਿਛੇ ਹੋ ਚੁੱਕੀ ਹੈ। ਜੋ 9ਵੀਂ ਪੌੜੀ ਹੈ, ਇਸ ਦੇ ਨਾਲ ਮਹਾਰਾਜ ਨੇ ਪਹਿਲਾਂ ਜੋ ਸ਼ਲੋਕ ਉਚਾਰਨ ਕੀਤੇ ਹਨ 961 ਅੰਗ ਤੋਂ ਇਹ ਪਾਵਨ ਸ਼ਲੋਕ ਆਰੰਭ ਹੋ ਕੇ ਪੌੜੀ ਦੇ ਸਮੇਤ 962 ਅੰਗ ਤੇ ਸੰਪੂਰਨਤਾ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਸ਼ਲੋਕ ਉਚਾਰਨ ਕਰਦੇ ਹਨ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ਼ਾਂਤ ਸਰੂਪ ਗਹਿਰ ਗੰਭੀਰ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਪ੍ਰੇਮ ਸਰੂਪ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ। ਭਨ ਮਥੁਰਾ ਕਛ ਭੇਦ ਨਹੀਂ ਗੋਰੇ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਦਾ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ। ਉਹ ਕਿਰਪਾਲ ਸੁਆਮੀ ਮੇਰੇ। ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਦੇ ਔਰ ਸਾਨੂੰ ਸੰਸਾਰੀ ਜੀਵਾਂ ਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਗੁਰਬਾਣੀ ਦੇ ਅੰਦਰ ਬਹੁਤ ਸ਼ਬਦ ਬੇਨਤੀ ਵਾਲੇ ਹਨ ਸਾਧ ਸੰਗਤ। ਜਿਨ੍ਹਾਂ ਸ਼ਬਦਾਂ ਦੇ ਅੰਦਰ ਵਾਹਿਗੁਰੂ ਅੱਗੇ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਔਰ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਪ੍ਰਭੂ ਅੱਗੇ ਬੇਨਤੀਆਂ ਕਰਦਿਆਂ ਹੋਇਆ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਬੇਨਤੀ ਕਰੀਏ ਪ੍ਰਭੂ ਦੇ ਅੱਗੇ। ਸਾਰੀ ਬਾਣੀ ਗੁਰਸਿੱਖਾਂ ਵਾਸਤੇ ਹੁਕਮ ਰੂਪ ਹੈ। ਗੁਰੂ ਕਾ ਹੁਕਮ ਹੈ ਬਾਣੀ ਦੇ ਅੰਦਰ। ਪਰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਬੇਨਤੀਆਂ ਵੀ ਕੀਤੀਆਂ। ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕੀਤੀਆਂ ਔਰ ਕਈ ਵਾਰੀ ਮਹਾਰਾਜ ਸਾਹਿਬ ਜੀ ਨੇ ਪ੍ਰਭੂ ਪਿਆਰਿਆਂ ਅੱਗੇ ਵੀ ਬੇਨਤੀਆਂ ਕੀਤੀਆਂ। ਉਹ ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਪਵਿੱਤਰ ਸ਼ਬਦ ਪੜ੍ਹਦੇ ਸੁਣਦੇ ਹਾਂ, ਉਸ ਵੇਲੇ ਸਾਧ ਸੰਗਤ ਜੀ ਦਰਸ਼ਨ ਕਰਦੇ ਹਾਂ। ਜਿਵੇਂ ਕੀਰਤਨ ਸੋਹਿਲਾ ਬਾਣੀ ਦੇ ਅੰਦਰ ਅਖੀਰਲਾ ਸ਼ਬਦ ਜਦੋਂ ਪੜ੍ਹੀਏ ਤੇ ਉਹਦੇ ਵਿੱਚ ਵੀ ਵੇਖੋ ਮਹਾਰਾਜ ਬੇਨਤੀ ਕਰਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚੱਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਉੱਥੇ ਮਹਾਰਾਜ ਨੇ ਗੁਰਸਿੱਖਾਂ ਨੂੰ ਵੀ ਬੇਨਤੀ ਕੀਤੀ ਹੈ, ਮਿੱਤਰ ਕਹਿ ਕੇ ਸੰਬੋਧਨ ਕੀਤਾ ਹੈ ਵੀ ਸਿੱਖੋ ਸੇਵਕੋ ਬੇਨਤੀ ਹੈ ਤੁਹਾਡੇ ਪਾਸ
ਇਹ ਜਿਹੜਾ ਮਨੁੱਖਾ ਜਨਮ ਦਾ ਸਮਾਂ ਹੈ, ਵੇਲਾ ਹੈ, ਇਹ ਸੰਤਾਂ ਦੀ ਟਹਿਲ ਸੇਵਾ ਦਾ ਵੇਲਾ ਹੈ। ਇਹ ਗੁਰੂ ਸਾਹਿਬ ਜੀ ਦੀ ਟਹਿਲ ਸੇਵਾ ਦਾ ਸਮਾਂ ਹੈ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚੱਲਹੁ ਹਰ ਲਾਹਾ, ਆਗੇ ਵਸਣ ਸੁਹੇਲਾ। ਇੱਥੇ ਸੰਸਾਰ ਵਿੱਚ ਲਾਹਾ ਖੱਟ ਕੇ ਜਾਓਗੇ ਤੇ ਅੱਗੇ ਵਸਣਾ ਸੌਖਾ ਹੋ ਜਾਵੇਗਾ। ਔਧ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਕਿਉਂਕਿ ਉਮਰ ਘਟਦੀ ਜਾ ਰਹੀ ਹੈ ਦਿਨ ਰਾਤ। ਮਨਾ ਗੁਰੂ ਸਾਹਿਬ ਦੇ ਨਾਲ ਮਿਲ ਤੇ ਮਿਲ ਕੇ ਆਪਣੇ ਜੀਵਨ ਦਾ ਕਾਰਜ ਸਵਾਰ। ਔਧ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਤੋ ਸਤਿਗੁਰੂ ਜੀ ਨੇ ਬਹੁਤ ਸ਼ਬਦਾਂ ਦੇ ਵਿੱਚ ਬੇਨਤੀਆਂ, ਕਿਤੇ ਵਾਹਿਗੁਰੂ ਅੱਗੇ ਬੇਨਤੀ ਕੀਤੀ ਹੈ, ਕਿਤੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੈ, ਕਿਤੇ ਗੁਰਮੁਖਾਂ ਦੇ ਅੱਗੇ ਬੇਨਤੀ ਕਰਨ ਦਾ ਢੰਗ ਬਾਣੀ ਦੇ ਅੰਦਰ ਦੱਸਿਆ ਹੈ। ਅੱਜ ਦੇ ਇਸ ਸ਼ਲੋਕ ਵਿੱਚ ਵੀ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਮਹਾਰਾਜ, ਤੇ ਸਾਨੂੰ ਵੀ ਦੱਸਦੇ ਆ ਕਿ ਇਹ ਭਾਈ ਤੁਸੀਂ ਵੀ ਇਸ ਤਰ੍ਹਾਂ ਬੇਨਤੀ ਕਰੋ ਵਾਹਿਗੁਰੂ ਜੀ ਦੇ ਅੱਗੇ। ਓਹੋ ਕਿਰਪਾਲ ਸੁਆਮੀ ਮੇਰੇ, ਇਹ ਮੇਰੇ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਹਾਰਾਜ ਨੇ ਬਾਣੀ ਅੰਦਰ ਸੁਆਮੀ ਆਖਿਆ, ਕਿਤੇ ਠਾਕੁਰ ਆਖਿਆ, ਕਿਤੇ ਖਸਮ ਆਖਿਆ, ਕਿਤੇ ਮਾਲਕ ਆਖਿਆ। ਇਹ ਵੱਖ-ਵੱਖ ਇਲਾਕੇ ਦੀ ਬੋਲੀ ਹੈ, ਵੱਖ-ਵੱਖ ਭਾਸ਼ਾ ਦੇ ਲਫ਼ਜ਼ ਹਨ, ਸ਼ਬਦ ਹਨ, ਤੇ ਕਈਆਂ ਸ਼ਬਦਾਂ ਦਾ ਅਰਥ ਇੱਕੋ ਹੀ ਹੁੰਦਾ ਹੈ। ਜਿਵੇਂ ਖਸਮ ਦਾ ਅਰਥ ਵੀ ਮਾਲਕ ਹੈ, ਸੁਆਮੀ ਦਾ ਅਰਥ ਵੀ ਮਾਲਕ ਹੈ। ਠਾਕੁਰ, ਖਸਮ, ਸੁਆਮੀ ਤੇ ਮਾਲਕ, ਇਹ ਬਾਣੀ ਦੇ ਵਿੱਚ ਬਚਨ ਆਉਂਦੇ ਹਨ। ਉਹ ਕਿਰਪਾਲ ਸੁਆਮੀ ਮੇਰੇ, ਇਹ ਮੇਰੇ ਸੁਆਮੀ, ਮੇਰੇ ਮਾਲਕ, ਮੇਰੇ ਤੇ ਆਪ ਕਿਰਪਾਲੂ ਹੀ ਹੋਵੋ, ਮੇਰੇ ਤੇ ਆਪ ਕਿਰਪਾ ਕਰੋ। ਆਪ ਕਿਰਪਾਲੂ ਹੋ, ਕਿਰਪਾ ਦੇ ਘਰ ਹੋ, ਤੇ ਇਹ ਮੇਰੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ। ਸੰਤਾ ਸੰਗ ਵਿਹਾਰੇ, ਤੇ ਪ੍ਰਭੂ ਨੇ ਪੁੱਛਿਆ ਕਿ ਕੀ ਕਿਰਪਾ ਕਰੀਏ, ਕੀ ਮੰਗ ਹੈ? ਤਾਂ ਬੇਨਤੀ ਕੀਤੀ ਕਿ ਹੇ ਪ੍ਰਭੂ ਜੀ, ਮੇਰੀ ਮੰਗ ਇਹ ਹੈ ਕਿ ਮੇਰੀ ਉਮਰ ਸੰਤਾਂ ਦੇ ਸੰਗ ਦੇ ਵਿੱਚ ਬੀਤੇ, ਸੰਤਾਂ ਸੰਗ ਵਿਹਾਵੇ, ਸੰਤਾਂ ਦੇ ਸੰਗ ਦੇ ਵਿੱਚ, ਸੰਤਾਂ ਦੀ ਸੰਗਤ ਦੇ ਵਿੱਚ ਵਿਹਾਵੇ, ਗੁਜਰੇ। ਵਿਹਾਵੇ ਦਾ ਅਰਥ ਹੈ ਬੀਤੇ, ਵਿਹਾਵੇ ਦਾ ਅਰਥ ਹੈ ਗੁਜਰੇ। ਕੀ ਗੁਜਰੇ? ਮੇਰਾ ਜ਼ਿੰਦਗੀ ਦਾ ਸਮਾਂ, ਮੇਰੀ ਸਰੀਰ ਕਾਰਬਲਾ, ਇਹ ਨਾਮ ਜਪਣ ਵਾਲਿਆਂ, ਨਾਮ ਰਸੀਆਂ ਦੀ ਸੰਗਤ ਦੇ ਵਿੱਚ ਮੇਰਾ ਜੀਵਨ ਦਾ ਸਮਾਂ ਬਤੀਤ ਹੋਵੇ। ਸੰਤਾਂ ਦੀ ਸੰਗਤ ਕਰਦਿਆਂ ਮੇਰੀ ਉਮਰ ਬਤੀਤ ਹੋਵੇ। ਇਹ ਮੇਰੀ ਮੰਗ ਹੈ ਵਾਹਿਗੁਰੂ ਆਪ ਜੀ ਦੇ ਪਾਸੋਂ। ਤੇ ਆਪ ਕਿਰਪਾ ਕਰਕੇ ਮੇਰੇ ਮਾਲਕ ਮੇਰੇ ਤੇ ਇਹ ਦਇਆ ਕਰੋ, ਇਹ ਮਿਹਰ ਕਰੋ ਕਿ ਮੇਰੀ ਸੰਤਾਂ ਨਾਲ ਲੰਘ ਜਾਵੇ, ਮੇਰੀ ਸੰਤਾਂ ਨਾਲ ਗੁਜ਼ਰ ਜਾਵੇ, ਮੇਰੀ ਸੰਤਾਂ ਦੇ ਨਾਲ ਇਹ ਉਮਰ ਬਤੀਤ ਹੋਵੇ। ਗੁਰਬਾਣੀ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਨੇ ਨਾਮ ਜਪਣ ਵਾਲੀਆਂ ਹਸਤੀਆਂ ਨੂੰ ਅਨੇਕ ਨਾਵਾਂ ਦੇ ਨਾਲ ਸਤਿਕਾਰ ਦਿੱਤਾ ਹੈ। ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਭਜਨ ਕੀਤਾ ਹੈ, ਵਾਹਿਗੁਰੂ ਜੀ ਦੀ ਆਰਾਧਨਾ ਕੀਤੀ ਹੈ, ਤੇ ਧੁਰ ਕੀ ਬਾਣੀ ਅੰਦਰ ਉਹਨਾਂ ਨੂੰ ਭਗਤ ਵੀ ਆਖਿਆ ਹੈ। ਧੁਰ ਕੀ ਬਾਣੀ ਦੇ ਅੰਦਰ ਉਹਨਾਂ ਨੂੰ ਸੰਤ ਵੀ ਆਖਿਆ ਹੈ। ਧੁਰ ਕੀ ਬਾਣੀ ਦੇ ਅੰਦਰ ਉਹਨਾਂ ਨੂੰ ਮਹਾਂਪੁਰਖ ਵੀ ਆਖਿਆ ਹੈ, ਗੁਰਮੁਖ ਆਖਿਆ ਹੈ, ਗੁਰਸਿੱਖ ਆਖਿਆ ਹੈ, ਸਾਧੂ ਆਖਿਆ ਹੈ।
ब्रह्म ज्ञानी आख्या है। ये जिन्ने भी नाम हैं ये उन्होंने रब की बंदगी करने वालियां शख्सियतां वास्ते अमृत बाणी के अंदर सतगुरु जी ने वरते। जिवें सुखमनी साहिब का पाठ करिए तो सुखमनी साहिब की बाणी के अंदर ही नाम जपण वालियां नूं महाराज साहिब जी ने भगत संत जीवन मुक्त साधु ब्रह्म ज्ञानी ऐसे शब्दां दे नाल संबोधन किया। जिवें आप जी फरमाउंदे हन, प्रभ जी बसह साध की रसना, नानक जन का दासन दसना। क्योंकि मंग मंगी है महाराज साहिब जी के पासों भी आप मेरे मालिक मेरे ते कृपालु होवो ते मेरी उम्र संतां दी संगत विच बतीत हो जावे। ते संत कैसे हुंदे, उन्हां दे नाल उम्र क्यों बतीत होवे। ते महाराज साहिब ने बाणी च आख्या उन्हां दी रसना ते नाम है, उन्हां दे हिरदे विच नाम है, उन्हां दी संगत विच मिल गए ते नाम जपीदा है। तां आख्या संतां संग विहावे। प्रभ जी बसह साध की रसना, नानक जन का दासन दसना। जिस साधु की रसना ते महाराज कहते प्रभु के नाम का वासा है, उहदे ते दासां दे दास हां। फिर सुखमनी साहिब बाणी च महाराज कहते जिथे परमेश्वर की कथा अचरज है, उथे परमेश्वर की बंदगी करने वाले की कथा भी अचरज है भाई। अगम अगाध पार ब्रह्म सोए, जो जो कहे सो मुक्ता होए। सुन मीता नानक बिनवंता, साध जना की अचरज कथा। वाहिगुरु की कथा का कोई अंत नहीं है, कोई उरार पार नहीं है। अचरज कथा है वाहिगुरु की, पर वाहिगुरु परमेश्वर की बंदगी करने वाले साधु की कथा भी अचरज करने वाली है, हैरान करने वाली। फिर साधु की महिमा किन्नी है महाराज, संत की महिमा किन्नी है। ते पूरी अष्टपदी च महिमा कथन की है संतां दी संगत दी। नाम जपण वाले बंदगी करने वाले दी संगत की महिमा दसी महाराज ने। अखीरले पदे जाके तो इथों तक कह दिता, साध की महिमा वेद ना जान है, जेता सुनह तेता बखियान है। साध की उपमा ते हो गुण ते दूर, साध की उपमा रही भरपूर। साध की शोभा का नाही अंत, साध की शोभा सदा बेअंत। साध की शोभा ऊंचते ऊंची, साध की शोभा मूचते मूची। साध की शोभा साध बन आई, नानक साध प्रभ भेद ना पाई। महाराज इन्नी महिमा साधु दी, बंदगी करने वाले दी एडी वड्डी महिमा। गरीब नवाज पंजवें पातशाह कहते भाई बंदगी करने वाला बंदगी विच ही लीन हो जाता, परमेश्वर विच ही लीन हो जाता। उहदे विच ते परमेश्वर विच फर्क ही कोई नहीं रहिंदा। नानक साध प्रभ भेद ना पाई। भेद नहीं विच कोई रहिंदा, विचाले फर्क कोई नहीं रहिंदा, एक मिक हो जाता। ते ऐसे किन्ने क ते गुरबाणी च महाराज ने आख्या वो विरले विरले आ। जग में उत्तम काढ़िया है, विरले केई के। विरले विरले उंज कीमती चीज़ विरली हुंदी है। जिहड़ी बहुती कीमती वस्तु है ना, बहुती कीमती चीज़ है, वो ज़्यादा नहीं हुंदी, वो विरली हुंदी है। ते शायद उहदी कीमत ही तां ज़्यादा हुंदी, वो विरली हुंदी है। भी कीमती चीज़ विरली हुंदी है, जां फिर वो विरली है तो तां उहदी कीमत ज़्यादा हुंदी है। संसार दे विच जिन्नी मिट्टी है इन्ना लोहा नहीं, लोहा घट है मिट्टी नाल। जिन्नी मिट्टी है, मिट्टी नालों लोहा महंगा है। ते जिन्ना लोहा है इन्ना तांबा नहीं। लोहे नालों तांबा महंगा है। ते जिन्ना तांबा है
ਇੰਨੀ ਚਾਂਦੀ ਨਹੀਂ, ਤਾਂਬੇ ਨਾਲੋਂ ਚਾਂਦੀ ਮਹਿੰਗੀ ਹੈ। ਤੇ ਜਿੰਨੀ ਸੰਸਾਰ ਵਿੱਚ ਚਾਂਦੀ ਹੈ ਓਨਾ ਸੋਨਾ ਨਹੀਂ, ਚਾਂਦੀ ਨਾਲੋਂ ਵੀ ਸੋਨਾ ਮਹਿੰਗਾ ਹੈ। ਤੇ ਜੇ ਜਿੰਨਾ ਲੋਹਾ ਹੈ ਇੰਨਾ ਸੋਨਾ ਹੋਵੇ ਸੰਸਾਰ ਦੇ ਵਿੱਚ, ਤੇ ਫਿਰ ਜਿੱਥੇ ਲੋਹਾ ਲੱਗਾ ਉੱਥੇ ਸੋਨੇ ਦੀ ਵਰਤੋਂ ਲੋਕ ਕਰਨ। ਫਿਰ ਉੱਥੇ ਸੋਨੇ ਦੀ ਵਰਤੋਂ ਹੋਵੇ। ਸੋਨਾ ਮਾਸਿਆਂ ਵਿੱਚ ਵਿਕਦਾ, ਤੋਲਿਆਂ ਵਿੱਚ ਵਿਕਦਾ, ਰੱਤੀਆਂ ਵਿੱਚ ਵਿਕਦਾ। ਲੋਹਾ ਕਿਲੋਆਂ ਨਾਲ ਵਿਕਦਾ, ਕੁਇੰਟਲਾਂ ਨਾਲ ਵਿਕਦਾ, ਟੰਨਾਂ ਨਾਲ ਵਿਕਦਾ। ਜੇ ਲੋਹੇ ਜਿੰਨਾ ਸੋਨਾ ਹੋਵੇ ਤੇ ਫਿਰ ਸੋਨਾ ਵੀ ਟੰਨਾਂ ਕੁਇੰਟਲਾਂ ਦੇ ਨਾਲ ਵਿਕੇ। ਸ਼ਾਇਦ ਥੋੜ੍ਹਾ ਹੋਣੇ ਕਰਕੇ ਹੀ ਉਹਦੀ ਕੀਮਤ ਬਹੁਤੀ ਹੈ, ਤੇ ਜਿੰਨਾ ਸੋਨਾ ਹੈ ਉਹਨੇ ਹੀਰੇ ਮੋਤੀ ਨਹੀਂ, ਉਹ ਉਦੋਂ ਵੀ ਘੱਟ ਆ। ਜਿੰਨੇ ਕਿੱਕਰਾਂ ਦੇ ਬੂਟੇ ਆ, ਟਾਹਲੀਆਂ ਦੇ ਬੂਟੇ ਆ, ਹੋਰ ਬਨਸਪਤੀ ਆ, ਇੰਨੇ ਚੰਦਨ ਦੇ ਬੂਟੇ ਨਹੀਂ ਸੰਸਾਰ ਦੇ ਵਿੱਚ। ਚੰਦਨ ਕਿਸੇ ਵਿਸ਼ੇਸ਼ ਇਲਾਕੇ ਦੇ ਵਿੱਚ ਹੁੰਦਾ ਹੈ, ਔਰ ਚੰਦਨ ਦਾ ਬੂਟਾ ਕੀਮਤੀ ਹੈ ਪਰ ਉਹ ਹੈ ਵੀ ਘੱਟ। ਥਾਂ ਥਾਂ ਤੇ ਨਹੀਂ, ਹਰ ਕੋਈ ਨਹੀਂ ਬੀਜਦਾ। ਲੋਕ ਬੂਟੇ ਲਾਉਂਦੇ ਆ, ਹੋਰ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗਦੇ ਆ। ਕਿੱਕਰਾਂ ਦੇ ਬੂਟੇ ਬਹੁਤ ਵਾ, ਟਾਹਲੀਆਂ ਦੇ ਬਹੁਤ ਆ, ਤੂਤ ਬਹੁਤ ਆ, ਹੋਰ ਤਰ੍ਹਾਂ ਤਰ੍ਹਾਂ ਦੇ ਬਹੁਤ ਦਰਖਤ ਵਾ, ਪਰ ਚੰਦਨ ਦਾ ਬੂਟਾ ਤੇ ਨਹੀਂ ਨਾ ਸੜਕਾਂ ਤੇ ਦਿਸਦਾ। ਜੰਗਲ ਸੰਸਾਰ ਵਿੱਚ ਬੜੇ ਆ, ਪਰ ਹਰੇਕ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ। ਜਿਵੇਂ ਹਰੇਕ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ, ਹਰੇਕ ਪਹਾੜ ਦੇ ਵਿੱਚ ਮਾਣਕ ਨਹੀਂ ਹੁੰਦਾ। ਪਹਾੜ ਤਾਂ ਬਹੁਤ ਆ, ਪੱਥਰ ਤਾਂ ਬਹੁਤ ਆ, ਪਰ ਪੱਥਰਾਂ ਦੇ ਵਿੱਚ ਮਾਣਕ ਤਾਂ ਨਹੀਂ ਨਾ। ਉਹ ਕਿਤੇ ਕਿਤੇ ਮਾਣਕ ਹੈ ਪੱਥਰਾਂ ਦੇ ਵਿੱਚ, ਕਿਸੇ ਕਿਸੇ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੈ। ਇਸੇ ਤਰ੍ਹਾਂ ਜੇ ਹਰੇਕ ਪਹਾੜ ਦੇ ਵਿੱਚ ਮਾਣਕ ਨਹੀਂ, ਹਰੇਕ ਜੰਗਲ ਦੇ ਵਿੱਚ ਚੰਦਨ ਨਹੀਂ, ਤੇ ਹਰੇਕ ਨਗਰ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਸੰਤ ਵੀ ਨਹੀਂ ਹੁੰਦਾ। ਸੰਤ ਵੀ ਵਿਰਲੇ ਵਿਰਲੇ। ਲਿਬਾਸ ਦਾ ਨਾਮ ਸੰਤ ਨਹੀਂ, ਭੇਖ ਦਾ ਨਾਮ ਸੰਤ ਨਹੀਂ। ਲਿਬਾਸ ਆਪਣੇ ਥਾਂ ਤੇ ਮਹਾਨ ਹੈ, ਲਿਬਾਸ ਦੀ ਵੀ ਮਹਾਨਤਾ ਹੈ। ਭੇਖ ਆਪਣੇ ਥਾਂ ਤੇ ਹੈ, ਹਰ ਇੱਕ ਦਾ ਭੇਖ ਹੁੰਦਾ। ਭੇਖ ਦੀ ਨਿੰਦਿਆ ਵੀ ਨਹੀਂ ਹੈ ਜੇ ਉਹਦੇ ਵਿੱਚ ਸੱਚਾਈ ਹੋਵੇ, ਜੇ ਉਹਦੇ ਵਿੱਚ ਅਸਲੀਅਤ ਹੋਵੇ। ਅਸਲੀਅਤ ਤੋਂ ਬਿਨਾਂ ਭੇਖ ਕੋਈ ਵੀ ਹੈ ਉਹਦੀ ਨਿੰਦਿਆ, ਕਿਉਂਕਿ ਭੇਖ ਤਾਂ ਹਰ ਇੱਕ ਚੀਜ਼ ਦਾ ਹੈ। ਸੰਸਾਰੀ ਤੌਰ ਤੇ ਅਨੇਕ ਮਹਿਕਮੇ ਆ, ਉਹਨਾਂ ਸਾਰਿਆਂ ਦਾ ਭੇਖ ਹੁੰਦਾ ਹੈ, ਲਿਬਾਸ ਹੁੰਦਾ ਹੈ। ਸਕੂਲ ਦੇ ਮਾਸਟਰ ਦੀ ਵੀ ਵਰਦੀ ਹੈ, ਪੁਲਿਸ ਦੀ ਵੀ ਵਰਦੀ ਹੈ, ਹੋਰ ਬਾਕੀ ਮਹਿਕਮੇ, ਡਾਕਟਰ ਦੀ ਵੀ ਆਪਣੀ ਇੱਕ ਵਰਦੀ ਹੁੰਦੀ ਹੈ। ਪਰ ਜੇ ਉਹਦੇ ਕੋਲੇ ਪੜ੍ਹਾਈ ਨਹੀਂ, ਜੇ ਉਹਦੇ ਕੋਲੇ ਡਿਗਰੀ ਨਹੀਂ, ਜੇ ਉਹਦੇ ਕੋਲੇ ਕੋਰਸ ਨਹੀਂ, ਤੇ ਇਕੱਲੀ ਵਰਦੀ ਪਾਈ ਫਿਰਦਾ, ਫਿਰ ਇਲਾਜ ਨਹੀਂ ਕਿਸੇ ਦਾ ਕਰਦਾ, ਫਿਰ ਕਿਸੇ ਦਾ ਉਹ ਇਲਾਜ ਨਹੀਂ ਕਰ ਸਕਦਾ। ਲਿਬਾਸ ਆਪਣੇ ਥਾਂ ਤੇ ਹੈ, ਭੇਖ ਆਪਣੇ ਥਾਂ ਤੇ ਹੈ, ਪਰ ਭੇਖ ਤਾਂ ਸਫਲ ਹੈ ਜੇ ਉਹਦੇ ਵਿੱਚ ਸੱਚਾਈ ਹੈ। ਮਹਾਂਪੁਰਖਾਂ ਦੇ ਬਚਨ ਵਾ, ਉਹ ਕਹਿੰਦੇ ਗਿਰ ਗਿਰ ਮੈਂ ਮਾਣਕ ਨਹੀਂ। ਹਰੇਕ ਪਹਾੜ ਦੇ ਵਿੱਚ ਮਾਣਕ ਨਹੀਂ ਹੁੰਦਾ, ਗਜ ਗਜ ਮੋਤੀ ਨਾ ਹੈ। ਹਰੇਕ ਹਾਥੀ ਦੇ ਮਸਤਕ ਦੇ ਵਿੱਚ ਮੋਤੀ ਪੈਦਾ ਨਹੀਂ ਹੁੰਦਾ। ਕਹਿੰਦੇ ਕੋਈ ਵਿਰਲਾ ਹਾਥੀ ਹੈ ਜਿਹਦੇ ਮੱਥੇ 'ਚ ਮੋਤੀ ਪੈਦਾ ਹੁੰਦਾ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾ ਹੈ। ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਹਰੇਕ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ, ਤੇ ਹਰੇਕ ਨਗਰ ਸ਼ਹਿਰ ਦੇ ਵਿੱਚ ਸੰਤ ਨਹੀਂ ਹੁੰਦਾ। ਉਹ ਵੀ ਵਿਰਲੇ ਵਿਰਲੇ ਥਾਂ ਤੇ। ਜਗ ਮਹਿ ਉੱਤਮ ਕਾਢੀਆ ਹੈ, ਵਿਰਲੇ ਕੇਈ ਕੇ। ਜਿਨ੍ਹਾਂ ਨੂੰ ਸਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਜਿਨ੍ਹਾਂ ਨੂੰ ਕਹਿ ਦਿੱਤਾ ਬਾਣੀ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣਹੁ ਮੂਲ,
ਸਾਈਂ ਜਿਹਾ। ਜਿਨ੍ਹਾਂ ਨੂੰ ਸਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਹਰ ਵੇਲੇ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੋਇਆ, ਰਸਨਾ ਤੇ ਵਸਿਆ ਹੋਇਆ, ਰੋਮ ਰੋਮ ਵਿੱਚ ਪ੍ਰਭੂ ਨਾਮ ਵਸਿਆ ਹੋਇਆ, ਉਹ ਪ੍ਰਭੂ ਦੇ ਪਿਆਰੇ ਸੰਤ ਆ। ਤੇ ਹੇ ਵਾਹਿਗੁਰੂ, ਐਸੇ ਸੰਤਾਂ ਦੇ ਨਾਲ ਮੇਰੀ ਉਮਰ ਬੀਤ ਜਾਵੇ, ਉਹਨਾਂ ਦੀ ਸੰਗਤ ਦੇ ਵਿੱਚ ਮੇਰੇ ਤੇ ਕਿਰਪਾ ਕਰ। ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਐਸੇ ਸੰਤਾਂ ਦੇ ਨਾਲ, ਬੰਦਗੀ ਕਰਨ ਵਾਲੇ ਸੰਤਾਂ ਦੇ ਨਾਲ ਮੇਰੀ ਉਮਰ ਬੀਤੇ। ਇਹ ਮੰਗ ਮੰਗੀ ਹੈ ਪੰਜਵੇਂ ਪਾਤਸ਼ਾਹ ਨੇ ਬੇਨਤੀ ਕਰਕੇ ਪ੍ਰਭੂ ਦੇ ਕੋਲ ਕਿ ਆਪ ਜੀ ਦੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਸੰਤਾਂ ਦੀ ਸੰਗਤ ਦੇ ਵਿੱਚ ਮੇਰੀ ਉਮਰ ਗੁਜ਼ਰੇ। ਤੇ ਉਹਨਾਂ ਸੰਤਾਂ ਨੂੰ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਏ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕਾ ਪੂੰਜੀ ਸੌਪੇ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰਿ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਕਿਉਂਕਿ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਉਹ ਵਾਹਿਗੁਰੂ ਦੇ ਪਿਆਰੇ ਸੰਤ, ਭਗਤ, ਗੁਰਮੁਖ, ਸਾਧੂ, ਉਹਨਾਂ ਦੀ ਸੇਵਾ ਹੀ ਪਰਮੇਸ਼ਰ ਵਾਹਿਗੁਰੂ ਜੀ ਨੇ ਸੰਸਾਰ ਵਿੱਚ ਇਹ ਲਾਈ ਹੋਈ ਹੈ ਵੀ ਤੁਸੀਂ ਜਪਣਾ ਹੈ ਤੇ ਜਪਾਉਣਾ, ਤੁਸੀਂ ਸਿਮਰਨਾ ਹੈ ਤੇ ਹੋਰਨਾਂ ਦੇ ਪਾਸੋਂ ਵੀ ਸਿਮਰਨ ਕਰਾਉਣਾ ਹੈ। ਤੁਸੀਂ ਆਪ ਸੇਵਾ ਕਰਨੀ ਹੈ ਤੇ ਦੂਸਰਿਆਂ ਨੂੰ ਵੀ ਸੇਵਾ ਦੇ ਵਿੱਚ ਲਾਉਣਾ। ਬਾਣੀ 'ਚ ਬੇਅੰਤ ਬਚਨ ਐਸੇ ਆਏ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਰਾਮ ਮੁਕਤੀ ਦਾ ਦਾਤਾ ਹੈ ਤੇ ਸੰਤ ਉਹਦਾ ਭੇਜਿਆ ਹੋਇਆ, ਨਾਮ ਜਪਦਾ ਤੇ ਜਪਾਉਂਦਾ ਹੈ। ਸੰਤ ਦੀ ਸੇਵਾ ਲਾਈ ਹੈ ਵਾਹਿਗੁਰੂ ਪਰਮੇਸ਼ਰ ਨੇ ਵੀ ਨਾਮ ਜਪਣਾ ਹੈ ਤੇ ਜਪਾਉਣਾ ਹੈ, ਮੁਕਤੀ ਦੇ ਅਧਿਕਾਰੀ ਬਣਾਉਣਾ ਹੈ ਜੀਵਨ। ਇਸ ਕਰਕੇ ਉਹਨਾਂ ਦਾ ਆਉਣਾ ਹੀ ਸੰਸਾਰ ਦੇ ਵਿੱਚ ਇਸ ਕਰਕੇ ਹੋਇਆ, ਸੰਤਾਂ ਦਾ, ਭਗਤਾਂ ਦਾ। ਭਗਤ ਕਬੀਰ ਸਾਹਿਬ ਜੀ ਨੇ ਆਪ ਨਾਮ ਜਪਿਆ ਤੇ ਹੋਰ ਕਿੰਨਿਆਂ ਨੂੰ ਜਪਾਇਆ। ਅੱਜ ਵੀ ਭਗਤ ਕਬੀਰ ਸਾਹਿਬ ਜੀ ਨਾਮ ਜਪਾ ਰਹੇ ਸੰਸਾਰ ਦੇ ਵਿੱਚ। ਉਹਨਾਂ ਦੀ ਬਾਣੀ ਅੱਜ ਵੀ ਸੰਸਾਰ ਦੇ ਜੀਵਾਂ ਦਾ ਭਲਾ ਕਰ ਰਹੀ ਹੈ। ਆਪ ਉਹਨਾਂ ਨੇ ਸ੍ਰੀ ਰਾਮਾਨੰਦ ਜੀ ਦੀ ਸੰਗਤ ਕੀਤੀ, ਭਗਤ ਕਬੀਰ ਸਾਹਿਬ ਜੀ, ਤੇ ਫਿਰ ਆਪ ਵੀ ਉਹ ਜਪਦੇ ਤੇ ਜਿੰਨੇ ਜਗਿਆਸੂ ਸ਼ਰਧਾਲੂ ਉਹਨਾਂ ਦੇ ਨਾਲ ਪ੍ਰੇਮ ਕਰਦੇ, ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਦੇ, ਭਗਤ ਕਬੀਰ ਸਾਹਿਬ ਜੀ ਸਾਰਿਆਂ ਨੂੰ ਨਾਮ ਨਾਲ ਜੋੜਦੇ। ਕਿਉਂਕਿ ਜੁੜਨ ਵਾਸਤੇ ਕੋਈ ਜੁੜਿਆ ਹੋਇਆ ਚਾਹੀਦਾ ਹੈ, ਤੇ ਕੋਈ ਜੁੜਿਆ ਹੋਇਆ ਹੀ ਕਿਸੇ ਨੂੰ ਜੋੜ ਸਕਦਾ ਹੈ। ਕੋਈ ਜੁੜਿਆ ਹੋਇਆ ਕਿਸੇ ਨੂੰ ਜੋੜਦਾ ਹੈ ਤੇ ਕੋਈ ਟੁੱਟਿਆ ਹੋਇਆ ਕਿਸੇ ਨੂੰ ਤੋੜਦਾ ਹੈ। ਜੁੜੇ ਹੋਏ, ਤਾਂ ਹੀ ਬਾਣੀ 'ਚ ਕਹਿ ਦਿੱਤਾ ਮਹਾਰਾਜ ਨੇ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿਸ ਦੇ ਹਿਰਦੇ ਵਿੱਚ ਭਗਵੰਤ ਵਸਦਾ ਹੈ, ਪਰਮੇਸ਼ਰ ਵਸਦਾ ਹੈ। ਮਹਾਰਾਜ ਨੇ ਆਖਿਆ ਉੱਚੀ ਕੁਲ ਵਾਲਾ ਹੈ, ਉਹੀ ਧਨ ਵਾਲਾ ਹੈ, ਉਹੀ ਸ੍ਰੇਸ਼ਟ ਇੱਜ਼ਤ ਵਾਲਾ ਹੈ, ਪੱਤ ਵਾਲਾ ਹੈ। ਉਹ ਜਿਉਂਦਿਆਂ ਮੁਕਤ ਹੈ, ਜੀਵਨ ਮੁਕਤ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ, ਉਹਨੂੰ ਭਾਵੇਂ ਸਾਧੂ ਕਹਿ ਲਓ, ਭਾਵੇਂ ਸੰਤ ਕਹਿ ਲਓ, ਭਾਵੇਂ ਜੀਵਨ ਮੁਕਤ ਕਹਿ ਲਓ। ਮਹਾਰਾਜ ਕਹਿੰਦੇ ਇਹ ਤਾਂ ਬਾਹਰਲੇ ਨਾਮ ਆ, ਉਹ ਰੱਬ ਦਾ ਪਿਆਰਾ, ਰੱਬ ਦਾ ਰੂਪ ਹੀ ਹੈ। ਇਹਨਾਂ ਸਾਰੇ ਸਤਿਕਾਰਯੋਗ ਨਾਮਾਂ ਦੇ ਨਾਲ ਉਹਨਾਂ ਰੱਬ ਦੇ ਪਿਆਰਿਆਂ ਦੀ ਸਿਫਤ ਕੀਤੀ ਹੈ। ਇਹ ਸਾਰੇ ਧਾਰਮਿਕ ਨਾਮ ਹਨ, ਭਗਤ, ਸੰਤ, ਸਾਧੂ, ਜੀਵਨ ਮੁਕਤ।
ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਤੇ ਮਹਾਰਾਜ ਕਹਿੰਦੇ ਐਸਾ ਵੀ ਹੋ ਸਕਦਾ ਹੈ ਕਿ ਕੋਈ ਉਸ ਨੂੰ ਜਾਣਦਾ ਹੀ ਨਾ ਹੋਵੇ, ਉਸਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਵੇ, ਉਹਦੀ ਮਹਿਮਾ ਵੀ ਭਾਵੇਂ ਸੰਸਾਰ ਵਿੱਚ ਨਾ ਹੋਵੇ, ਪਰ ਉਹ ਜੀਵਨ ਮੁਕਤ ਹੈ, ਉਹ ਸਾਧੂ ਹੈ, ਉਹ ਸੰਤ ਹੈ। ਉਹ ਭਾਵੇਂ ਤਾਂ ਘਰ ਦੀ ਕਿਰਤ ਹੀ ਕਰਦਾ ਹੋਵੇ, ਧਰਮ ਦੀ ਕਿਰਤ ਕਰਦਾ ਹੋਇਆ, ਗ੍ਰਸਤ ਵਿੱਚ ਰਹਿ ਕਰਕੇ, ਘਰ ਵਿੱਚ ਰਹਿ ਕਰਕੇ ਤੇ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਵੇ, ਪਰ ਬੰਦਗੀ ਵਿੱਚ ਜੁੜਿਆ ਹੋਇਆ, ਜਿਉਂਦਿਆਂ ਮੁਕਤਾ। ਕਿੰਨੇ ਐਸੇ ਗੁਰਸਿੱਖ ਹੋਏ ਜਿਵੇਂ ਭਾਈ ਭਿਖਾਰੀ ਜੀ, ਭਗਤ ਕਬੀਰ ਸਾਹਿਬ ਜੀ ਵੀ ਘਰ ਵਿੱਚ ਰਹਿ ਕੇ ਤਾਣੀ ਉਣਿਆ ਕਰਦੇ, ਧਰਮ ਦੀ ਕਿਰਤ ਕਰਿਆ ਕਰਦੇ, ਪਰ ਹਿਰਦੇ ਵਿੱਚ ਨਾਮ ਦਾ ਹੀਰਾ ਪ੍ਰਗਟ ਹੋ ਗਿਆ। ਤੇ ਫਿਰ ਮਹਾਰਾਜ ਸਾਹਿਬ ਨੇ ਇਹ ਵੀ ਕਹਿ ਦਿੱਤੀ ਵੀ ਜਿੱਥੇ ਨਾਮ ਹਿਰਦੇ 'ਚ ਪ੍ਰਗਟ ਹੋ ਜਾਂਦਾ, ਉਹ ਭਾਵੇਂ ਕਿੰਨਾ ਮਰਜ਼ੀ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦਾ, ਲੁਕਾਉਣ ਦਾ ਯਤਨ ਕਰਦਾ ਵਾ ਵੀ ਮੈਂ ਪ੍ਰਗਟ ਨਾ ਹੋਵਾਂ, ਜ਼ਾਹਰ ਨਾ ਹੋਵਾਂ, ਪਰ ਨਾਮ ਦੀ ਚਮਕ ਐਸੀ ਹੈ ਕਿ ਉਸ ਸਰੀਰ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਜਾਂਦਾ। ਹਰਿ ਕਾ ਭਗਤ ਪ੍ਰਗਟ ਨਹੀਂ ਛਪੈ। ਵਾਹਿਗੁਰੂ ਦਾ ਭਗਤ ਪ੍ਰਗਟ ਹੋ ਜਾਂਦਾ, ਉਹ ਲੁਕਿਆ ਛਿਪਿਆ ਨਹੀਂ ਰਹਿੰਦਾ ਹੈ, ਕਿਉਂਕਿ ਨਾਮ ਉਸ ਨੂੰ ਪ੍ਰਗਟ ਕਰ ਦਿੰਦਾ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹਦੀ ਅਵਸਥਾ ਕੈਸੀ ਹੁੰਦੀ ਹੈ ਜੀਵਨ ਮੁਕਤ ਦੀ? ਤੇ ਮਹਾਰਾਜ ਨੇ ਆਖਿਆ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਫਿਰ ਮਹਾਰਾਜ ਕਹਿੰਦੇ ਐਸੇ ਪ੍ਰਭੂ ਦੇ ਪਿਆਰਿਆਂ ਦਾ ਆਉਣਾ ਵੀ ਧੰਨ ਧੰਨ, ਉਹਨਾਂ ਦਾ ਸੰਸਾਰ ਤੇ ਰਹਿਣਾ ਵੀ ਧੰਨ ਧੰਨ। ਕਿ ਉਹ ਜਦੋਂ ਜੀਵਨ ਯਾਤਰਾ ਆਪਣੀ ਪੂਰੀ ਕਰਕੇ ਸੰਸਾਰ ਤੋਂ ਜਾਂਦੇ, ਉਹਨਾਂ ਦਾ ਜਾਣਾ ਵੀ ਧੰਨ ਧੰਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ। ਇੱਥੇ ਜਨਾਂ ਦੀ ਗੱਲ ਕੀਤੀ ਆ, ਜਿਹੜੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਜਨ ਵਾ। ਜਨਾਂ ਦੀ ਮਹਿਮਾ ਕਿੱਡੀ ਵੱਡੀ ਹੈ, ਸੇਵਕਾਂ ਦੀ ਮਹਿਮਾ ਕਿੱਡੀ ਵੱਡੀ ਹੈ। ਜਨ ਆਵਨ ਕਾ ਇਹ ਸੁਆਓ, ਉਹਨਾਂ ਦਾ ਸੰਸਾਰ ਤੇ ਆਉਣ ਦਾ ਪ੍ਰਯੋਜਨ ਹੀ ਇਹ ਹੈ, ਜਨ ਕੈ ਸੰਗ ਚੇਤੇ ਆਵੈ ਨਾਉ। ਕਿਉਂਕਿ ਉਹਨਾਂ ਜਨਾਂ ਦਾ ਸੰਗ ਕੀਤਿਆਂ, ਉਹਨਾਂ ਦੀ ਸੰਗਤ ਵਿੱਚ ਬੈਠਿਆਂ ਚੇਤੇ ਆਉਂਦਾ ਹੈ ਸਤਿਨਾਮ ਵਾਹਿਗੁਰੂ। ਜਨ ਕੈ ਸੰਗ ਚੇਤੇ ਆਵੈ ਨਾਉ, ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ। ਆਪ ਮੁਕਤ ਮੁਕਤ ਕਰੈ ਸੰਸਾਰ, ਉਹ ਪ੍ਰਭੂ ਦੇ ਪਿਆਰੇ ਸੰਤ ਭਗਤ ਆਪ ਮੁਕਤ ਵਾ ਤੇ ਸੰਸਾਰ ਦੇ ਜੀਵਾਂ ਨੂੰ ਵੀ ਮੁਕਤ ਕਰਦੇ, ਬੰਧਨਾਂ ਤੋਂ ਰਹਿਤ ਕਰਦੇ, ਵਿਕਾਰਾਂ ਤੋਂ ਰਹਿਤ ਕਰਦੇ, ਪਾਪਾਂ ਤੋਂ ਰਹਿਤ ਕਰਦੇ, ਔਗੁਣਾ ਕੁਰੀਤੀਆਂ ਕੁਰੈਤਾਂ ਤੋਂ ਰਹਿਤ ਕਰਦੇ, ਨਸ਼ਿਆਂ ਤੋਂ ਰਹਿਤ ਕਰਦੇ। ਇਹ ਬੰਧਨ ਹੀ ਆ ਸਾਰੇ, ਨਸ਼ਿਆਂ ਦੇ ਵੀ ਬੰਧਨ ਆ, ਵਿਕਾਰਾਂ ਦੇ ਵੀ ਬੰਧਨ ਆ, ਉਸਤਤੀ ਨਿੰਦਿਆ ਦੇ ਵੀ ਬੰਧਨ ਆ, ਹੰਗਤਾ ਮਮਤਾ ਦੇ ਬੰਧਨ ਆ, ਜੰਮਣ ਮਰਨ ਦੇ ਬੰਧਨ। ਇਹਨਾਂ ਸਾਰਿਆਂ ਬੰਧਨਾਂ ਤੋਂ ਮੁਕਤ ਕਰਦੇ। ਤੇ ਮੁਕਤ ਕੌਣ ਕਰਦੇ? ਜਿਹੜੇ ਆਪ ਮੁਕਤ ਆ। ਦੂਜੇ ਦੀ ਹੱਥ ਘੜੀ ਉਹ ਖੋਲੇਗਾ ਜਿਹਦੀ ਆਪਣੀ ਖੁੱਲੀ ਹੈ, ਦੂਜੇ ਦੇ ਰੱਸੇ ਉਹ ਖੋਲੇਗਾ ਜਿਹਦੇ ਆਪਣੇ ਹੱਥ ਖੁੱਲੇ ਆ। ਜਿਹੜਾ ਆਪ ਬੰਧਨ ਵਿੱਚ, ਉਹ ਦੂਸਰੇ ਦੇ ਬੰਧਨ ਨਹੀਂ ਖੋਲ ਸਕਦਾ। ਮਹਾਰਾਜ ਨੇ ਆਖਿਆ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਉਹਨਾਂ ਜਨਾਂ ਨੂੰ ਸਦਾ ਵਾਸਤੇ ਨਮਸਕਾਰ। ਭਗਤ ਨਾਮਦੇਵ ਸਾਹਿਬ ਜੀ ਦੀ ਸੰਗਤ ਕਰਕੇ ਕਿੰਨਿਆਂ ਦਾ ਪਾਰ ਉਤਾਰਾ ਹੋਇਆ। ਭਗਤ ਰਵਿਦਾਸ ਸਾਹਿਬ ਜੀ ਦੀ ਸੰਗਤ ਕਰਕੇ ਕਿੰਨੇ ਜੀਵ ਨਾਮ ਨਾਲ ਜੁੜੇ। ਭਗਤ ਸੈਣ ਜੀ ਦੀ ਸੰਗਤ ਕਰਕੇ ਕਿੰਨਿਆਂ ਨੇ ਬੰਦਗੀ ਕੀਤੀ। ਭਗਤ ਧੰਨਾ ਜੀ ਦੀ ਸੰਗਤ ਕਰਕੇ ਕਿੰਨਿਆਂ ਨੇ ਵਾਹਿਗੁਰੂ ਦੀ ਅਰਾਧਨਾ ਕੀਤੀ। ਤੋ ਪ੍ਰਭੂ ਦੇ ਪਿਆਰੇ ਸਿਮਰਨ ਭਜਨ ਕਰਨ ਵਾਲੇ ਆਪ ਵੀ ਸਿਮਰਨ ਕਰਦੇ ਆ, ਸੰਸਾਰ ਦੇ ਜੀਵਾਂ ਤੋਂ ਵੀ ਸਿਮਰਨ ਕਰਵਾਉਂਦੇ। ਤਾਂ ਹੀ ਬਾਣੀ ਵਿੱਚ ਵਾਰ-ਵਾਰ ਬਚਨ ਕਹੇ ਕਬੀਰ ਸੰਗਤ ਕਰੀਐ ਸਾਧ ਕੀ, ਦਿਨ ਦਿਨ ਦੂਨਾ ਹੇਤ। ਕਹਿੰਦੇ ਸਾਧੂ ਦੀ ਸੰਗਤ ਕਰੀਏ, ਨਾਮ ਜਪਣ ਵਾਲੇ ਦੀ ਸੰਗਤ ਕਰੀਏ, ਦਿਨ ਪ੍ਰਤੀ ਦਿਨ ਦੂਣਾ ਪਿਆਰ ਹਿਰਦੇ ਵਿੱਚ ਬਣੇਗਾ। ਦੂਣਾ ਪਿਆਰ ਉਦੋਂ ਹੀ ਬਣੇਗਾ ਜਦੋਂ ਪਿਆਰ ਵਾਲੇ ਦੀ ਸੰਗਤ ਵਿੱਚ ਬੈਠਾਂਗੇ।
ਜਿਹਦੇ ਅੰਦਰ ਆਪਣੇ ਪਿਆਰ ਹੈ ਨਾਮ ਬਾਣੀ ਦਾ, ਉਹਦੀ ਸੰਗਤ ਵਿੱਚ ਬੈਠਿਆਂ ਨਾਮ ਬਾਣੀ ਦਾ ਪਿਆਰ ਹਿਰਦੇ ਵਿੱਚ ਬਣਦਾ। ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਆ, ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਹੇ ਮੇਰੇ ਮਾਲਕ ਸੁਆਮੀ ਪਰਮੇਸ਼ਰ ਜੀ, ਮੇਰੇ ਤੇ ਕਿਰਪਾਲੂ ਹੋਵੋ ਕਿ ਮੇਰੀ ਸਰੀਰ ਕਾਰਬਲਾ ਇਹ ਸੰਤਾਂ ਦਾ ਸੰਗ ਕਰਦਿਆਂ ਬਤੀਤ ਹੋ ਜਾਵੇ। ਤੁਧਹੁ ਭੁੱਲੇ ਸੇ ਜਮ ਜਮ ਮਰਦੇ। ਕਿਉਂਕਿ ਜਿਹੜੇ ਆਪ ਜੀ ਦੇ ਤਰਫੋਂ ਭੁੱਲ ਗਏ ਆ ਨਾ, ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਭੁਲਾ ਦਿੱਤਾ ਹੈ, ਤੁਧਹੁ ਭੁੱਲੇ, ਜਿਹੜੇ ਭੁੱਲ ਗਏ ਆਪ ਜੀ ਦੇ ਨਾਮ ਤੋਂ, ਸੇ ਜਮ ਜਮ ਮਰਦੇ, ਉਹ ਜੀਵ ਜਮ ਜਮ ਕੇ ਮਰਦੇ, ਵਾਰ-ਵਾਰ ਜੰਮਦੇ ਆ ਤੇ ਵਾਰ-ਵਾਰ ਜੰਮ ਜੰਮ ਕੇ ਫੇਰ ਮਰਦੇ। ਇੱਥੇ ਦੋਵਾਂ ਪੱਖਾਂ ਦੀ ਗੱਲ ਕੀਤੀ ਇਸ ਸ਼ਲੋਕ ਦੇ ਵਿੱਚ। ਇੱਕ ਉਹਨਾਂ ਦੀ ਗੱਲ ਕੀਤੀ ਪਹਿਲੀ ਪੰਕਤੀ ਵਿੱਚ ਜਿਨ੍ਹਾਂ ਨੂੰ ਕਦੀ ਨਾਮ ਭੁੱਲਦਾ ਹੀ ਨਹੀਂ, ਤੇ ਇਸ ਦੂਸਰੀ ਪੰਕਤੀ ਵਿੱਚ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਕਦੀ ਚੇਤੇ ਹੀ ਨਹੀਂ ਆਉਂਦਾ। ਤੁਧਹੁ ਭੁੱਲੇ ਸੇ ਜਮ ਜਮ ਮਰਦੇ। हे ਪ੍ਰਭੂ, ਜਿਹੜੇ ਆਪ ਜੀ ਦੇ ਨਾਮ ਤੋਂ ਭੁੱਲ ਗਏ, ਸਾਖਤ ਮਨਮੁਖ ਜੀਵ, ਅਗਿਆਨੀ ਨਿਗੁਰੇ, ਸੇ ਜਮ ਜਮ ਮਰਦੇ, ਉਹਨਾਂ ਨੂੰ ਵਾਰ-ਵਾਰ ਜਨਮ ਲੈਣਾ ਪੈਂਦਾ ਤੇ ਵਾਰ-ਵਾਰ ਮਰਨਾ ਪੈਂਦਾ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਜੀਵ ਨੂੰ ਆਉਣਾ ਜਾਣਾ ਪੈਂਦਾ, ਵਾਰ-ਵਾਰ ਜੰਮਣਾ ਮਰਨਾ ਪੈਂਦਾ ਹੈ 84 ਲੱਖ ਜੂਨਾਂ ਦੇ ਵਿੱਚ, ਕਿਉਂਕਿ ਗੁਰੂ ਦਾ ਮੰਤਰ ਨਹੀਂ ਲਿਆ, ਗੁਰੂ ਕੀ ਸਿੱਖੀ ਨਹੀਂ ਧਾਰਨ ਕੀਤੀ, ਕਦੀ ਵਾਹਿਗੁਰੂ ਦੇ ਨਾਮ ਨੂੰ ਜਪਿਆ ਨਹੀਂ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਹੈ ਸਹਿਸਕ੍ਰਿਤੀ ਸ਼ਲੋਕਾਂ ਦੇ ਅੰਦਰ। ਕਾਂਸ਼ੀ ਦੇ ਵਿੱਚੋਂ ਹਰੀ ਲਾਲ ਕ੍ਰਿਸ਼ਨ ਲਾਲ ਪੰਡਤ ਆਏ ਸਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ, ਜਿਨ੍ਹਾਂ ਦੇ ਬਜ਼ੁਰਗਾਂ ਦਾ ਉਧਾਰ ਕੀਤਾ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸਹਿਸਕ੍ਰਿਤੀ ਦੇ 4 ਸ਼ਲੋਕ ਉਚਾਰਨ ਕਰਕੇ ਉਹਨਾਂ ਨੂੰ ਆਪਣੀਆਂ ਪੁਸਤਕਾਂ ਵੇਖਦਿਆਂ ਵੇਖਦਿਆਂ ਪੁਸਤਕਾਲੇ ਦੇ ਵਿੱਚੋਂ ਉਹ 4 ਸ਼ਲੋਕ ਮਿਲੇ, ਪੜ੍ਹੇ, ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਪੁੱਛਣ ਤੋਂ ਵੀ ਇਹ ਕਿਹਨਾਂ ਦੀ ਬਾਣੀ ਹੈ, ਪਤਾ ਲੱਗਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਾਡੇ ਬਜ਼ੁਰਗ ਨੂੰ ਉਪਦੇਸ਼ ਦਿੱਤਾ ਸੀ। ਇਸ ਮੌਕੇ ਤੇ ਉਹਨਾਂ ਦੇ ਦਰਸ਼ਨ ਕਿਵੇਂ ਹੋ ਸਕਦੇ ਆ, ਉਹਨਾਂ ਦੇ ਥਾਂ ਤੇ ਕੌਣ ਆ, ਪਤਾ ਲੱਗਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਜੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਰਪਾ ਵਰਤਾ ਰਹੇ, ਉਹ ਹਰੀ ਲਾਲ ਕ੍ਰਿਸ਼ਨ ਲਾਲ ਸੰਸਕ੍ਰਿਤ ਦੇ ਵਿਦਵਾਨ ਕਾਂਚੀ ਦੇ ਵਿੱਚੋਂ ਬਹੁਤ ਪੜ੍ਹੇ ਹੋਏ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਸਾਡੇ ਬਜ਼ੁਰਗ ਦਾ ਭਲਾ ਕੀਤਾ ਨਾ ਆਪ ਜੀ ਦੇ ਵੱਡੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ, ਇਸੇ ਤਰ੍ਹਾਂ ਦਾ ਸਾਨੂੰ ਉਪਦੇਸ਼ ਵੀ ਬਖਸ਼ੋ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸਹਿਸਕ੍ਰਿਤੀ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ ਹਰੀ ਲਾਲ ਕ੍ਰਿਸ਼ਨ ਲਾਲ ਕਾਂਸ਼ੀ ਦੇ ਪੰਡਤਾਂ। ਉਹਨਾਂ ਨੇ ਫਿਰ ਕਈ ਸਵਾਲ ਕੀਤੇ ਮਹਾਰਾਜ ਸਾਹਿਬ ਜੀ ਦੇ ਅੱਗੇ, ਜੋ ਮਨ ਦੇ ਵਿੱਚ ਉਹਨਾਂ ਦੇ ਸੰਸ਼ੇ ਸੀ, ਮਨ ਦੇ ਵਿੱਚ ਜੋ ਸਵਾਲ ਸੀ। ਉਹਨਾਂ ਸਵਾਲਾਂ ਵਿੱਚ ਇੱਕ ਸਵਾਲ ਉਹਨਾਂ ਨੇ ਇਹ ਵੀ ਕੀਤਾ ਵੀ ਮਹਾਰਾਜ ਜਿਹੜਾ ਗੁਰੂ ਦਾ ਮੰਤਰ ਨਹੀਂ ਲੈਂਦਾ ਉਸ ਨੂੰ ਕੀ ਸਜ਼ਾ ਮਿਲਦੀ ਹੈ? ਜਿਹੜਾ ਗੁਰੂ ਦੀ ਸਿੱਖੀ ਨਹੀਂ ਪ੍ਰਾਪਤ ਕਰਦਾ, ਗੁਰੂ ਦਾ ਮੰਤਰ ਨਹੀਂ ਲੈਂਦਾ, ਉਸ ਨੂੰ ਕੀ ਸਜ਼ਾ ਮਿਲਦੀ, ਉਹਦੀ ਕੀ ਹਾਲਤ ਹੁੰਦੀ ਹੈ ਤੇ ਉਹਦਾ ਜੀਵਨ ਕਿਹੋ ਜਿਹਾ ਹੈ? ਫਿਰ ਪੰਜਵੇਂ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਆਪਣੀ ਰਸਨਾ ਤੋਂ। ਮਹਾਰਾਜ ਕਹਿਣ ਲੱਗੇ, ਗੁਰ ਮੰਤਰ ਹੀਣਾਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ। ਜਿਹੜਾ ਪ੍ਰਾਣੀ ਗੁਰੂ ਦੇ ਮੰਤਰ ਤੋਂ ਹੀਣਾ ਹੈ, ਜਿਸ ਨੇ ਮਨੁੱਖਾ ਜਨਮ ਦੇ ਵਿੱਚ ਗੁਰੂ ਨਹੀਂ ਧਾਰਨ ਕੀਤਾ, ਗੁਰੂ ਦਾ ਮੰਤਰ ਨਹੀਂ ਲਿਆ, ਗੁਰੂ ਕੀ ਸਿੱਖੀ ਨਹੀਂ ਪ੍ਰਾਪਤ ਕੀਤੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਪ੍ਰਾਣੀ ਹੈ, ਤ੍ਰਿਗੰਤ, ਉਹਦੇ
ਮਨੁੱਖਾ ਜਨਮ ਨੂੰ ਅਨੇਕਾਂ ਲਾਹਣਤਾਂ। ਤ੍ਰਿਗੰਤ ਆਖਿਆ 100 ਵਾਰੀ ਫਿਟੇ ਮੂੰਹ ਆਖੀਏ ਤੇ ਇੱਕ ਲਾਹਣਤ ਬਣਦੀ ਹੈ, ਤੇ 100 ਲਾਹਣਤ ਦੀ ਇੱਕ ਤ੍ਰਿਗ ਬਣਦੀ ਹੈ। ਤ੍ਰਿਗੰਤ ਜਨਮ ਭ੍ਰਸ਼ਟਣਾ ਹੈ। ਮਹਾਰਾਜ ਕਹਿੰਦੇ ਭ੍ਰਿਸ਼ਟਿਆ ਹੋਇਆ ਉਹ ਜਨਮ ਹੈ ਜਿਸ ਨੂੰ ਮਨੁੱਖਾ ਜਨਮ ਤੇ ਪ੍ਰਾਪਤ ਹੋਇਆ ਪਰ ਗੁਰੂ ਵਾਲਾ ਨਹੀਂ ਬਣਿਆ। ਮਨੁੱਖਾ ਜਨਮ ਤੇ ਪ੍ਰਾਪਤ ਹੋਇਆ ਪਰ ਗੁਰੂ ਦਾ ਮੰਤਰ ਨਹੀਂ ਲਿਆ, ਗੁਰ ਮੰਤਰ ਮੂਲ ਮੰਤਰ ਨਹੀਂ ਪ੍ਰਾਪਤ ਕੀਤਾ, ਭਾਵ ਗੁਰੂ ਕੀ ਸਿੱਖੀ ਨਹੀਂ ਪ੍ਰਾਪਤ ਕੀਤੀ। ਉਹ ਜਨਮ ਭ੍ਰਿਸ਼ਟਿਆ ਹੋਇਆ ਹੈ। ਤੇ ਆਖਿਆ ਜਿਉਂਦਿਆਂ ਵੀ ਉਹ ਅਧੋਗਤੀ ਵਾਲੀਆਂ ਜੂਨਾਂ ਦੇ ਤੁੱਲ ਹੈ, ਤੇ ਸਵਾਸ ਪੂਰੇ ਹੋਣ ਤੋਂ ਬਾਅਦ ਉਹਨੂੰ ਕੂਕਰ ਦੀ ਜੂਨ ਵਿੱਚ ਪੈਣਾ ਪੈਂਦਾ, ਸੂਰ ਦੀ ਜੂਨ ਵਿੱਚ ਪੈਣਾ ਪੈਂਦਾ, ਗਧੇ ਦੀ ਜੂਨ ਵਿੱਚ ਪੈਣਾ ਪੈਂਦਾ, ਕਾਂ ਦੀ ਜੂਨ ਵਿੱਚ ਪੈਣਾ ਪੈਂਦਾ, ਸੱਪ ਦੀ ਜੂਨ ਵਿੱਚ ਪੈਣਾ ਪੈਂਦਾ। ਤੇ ਜਿਉਂਦਿਆਂ ਵੀ ਗੁਰੂ ਦੇ ਮੰਤਰ ਤੋਂ ਜੋ ਹੀਣਾ ਹੈ ਉਹ ਸਰੀਰ ਕਰਕੇ ਮਨੁੱਖ ਹੈ, ਕਰਮ ਕਰਤੂਤ ਕਰਕੇ ਇਹਨਾਂ ਪਸ਼ੂ ਜੂਨੀਆਂ ਦੇ ਤੁੱਲ ਹੈ। ਗੁਰ ਮੰਤਰ ਹੀਣਾਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣਾ ਹੈ। ਕੂਕਰਾ ਹੈ, ਸੂਕਰਾ ਹੈ, ਗਰਦਪਾ ਹੈ, ਕਾਕਾ ਹੈ, ਸਰਪਣਾ ਹੈ, ਤੁੱਲ ਖਲ ਹੈ। ਤੇ ਸਤਿਗੁਰੂ ਕਹਿੰਦੇ ਉਸ ਨੂੰ ਵਾਰ-ਵਾਰ ਜੰਮਣਾ ਮਰਨਾ ਪੈਂਦਾ। ਇੱਥੇ ਫਰਮਾ ਰਹੇ ਆ ਤੁਧ ਹੋ ਭੁੱਲੇ ਸੇ ਜੰਮ ਜੰਮ ਮਰਦੇ। ਇਹ ਪ੍ਰਭੂ ਜਿਹੜੇ ਆਪ ਜੀ ਦੇ ਨਾਮ ਤੋਂ ਭੁੱਲੇ ਹੋਏ ਜੀਵ ਹਨ ਉਹ ਵਾਰ-ਵਾਰ ਜੰਮਦੇ ਆ ਤੇ ਜੰਮ ਕੇ ਵਾਰ-ਵਾਰ ਮਰਦੇ ਹਨ। ਕਦੇ ਨਾ ਚੁੱਕਣ ਹਾਵੇ, ਤੇ ਉਹਨਾਂ ਦੇ ਅੰਦਰੋਂ ਕਦੇ ਵੀ ਹਾਵੇ ਹੋ ਕੇ ਨਹੀਂ ਨਿਵਰਤ ਹੁੰਦੇ। ਉਹ ਸਦਾ ਹਾਵੇ ਹੋ ਕੇ ਲੈਂਦੇ ਰਹਿੰਦੇ ਹਨ। ਅੰਦਰ ਸਦਾ ਉਹਨਾਂ ਦੇ ਸੰਸੇ ਬਣੇ ਰਹਿੰਦੇ ਆ, ਸਦਾ ਹੋ ਕੇ ਉਹ ਭਰਦੇ ਰਹਿੰਦੇ ਹਨ। ਮਹੱਲਾ ਪੰਜਵਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਦੇ ਵਿੱਚ ਹੋਰ ਬਖਸ਼ਿਸ਼ ਕਰਦੇ ਹਨ। ਸਤਿਗੁਰ ਸਿਮਰਹੁ ਆਪਣਾ। ਇਸ ਕਰਕੇ ਭਾਈ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਆਪਣੇ ਸਤਿਗੁਰੂ ਜੀ ਦਾ ਸਿਮਰਨ ਕਰੋ। ਸਤਿਗੁਰੂ ਆਪਣਾ ਹੈ ਤੇ ਹਿਰਦੇ ਵਿੱਚ ਇਸ ਗੱਲ ਨੂੰ ਸਮਝੋ ਵੀ ਸਤਿਗੁਰੂ ਸਾਡਾ ਆਪਣਾ ਹੈ, ਸਤਿਗੁਰੂ ਮੇਰਾ ਹੈ, ਸਤਿਗੁਰੂ ਸਾਡਾ ਆਪਣਾ ਹੈ। ਕਿਉਂਕਿ ਗਰੀਬ ਨਵਾਜ ਨੇ ਬਾਣੀ ਚ ਆਖਿਆ ਵੀ ਇਹ ਜੀਵ ਸਤਿਗੁਰੂ ਦੇ ਕੋਲੋਂ ਦਾਤਾਂ ਮੰਗਦਾ ਹੈ, ਸਤਿਗੁਰੂ ਦੇ ਕੋਲੋਂ ਸਤਿਗੁਰੂ ਨੂੰ ਨਹੀਂ ਮੰਗਦਾ। ਪਰਮੇਸ਼ਰ ਵਾਹਿਗੁਰੂ ਜੀ ਦੇ ਕੋਲੋਂ ਦਾਤਾਂ ਮੰਗਦਾ ਹੈ, ਪਦਾਰਥ ਮੰਗਦਾ ਹੈ, ਪਰ ਪਰਮਾਤਮਾ ਕੋਲੋਂ ਪਦਾਰਥ ਮੰਗੀ ਜਾਂਦਾ, ਪਰਮਾਤਮਾ ਦੇ ਕੋਲੇ ਪਰਮਾਤਮਾ ਨੂੰ ਨਹੀਂ ਮੰਗਦਾ। ਗਰੀਬ ਨਵਾਜ ਕਹਿੰਦੇ ਭਾਈ ਸਤਿਗੁਰੂ ਕੋਲੋਂ ਜਿੱਥੇ ਆ ਕੇ ਦਾਤਾਂ ਮੰਗਦਾ ਹੈ, ਸਤਿਗੁਰਾਂ ਕੋਲੇ ਆ ਕੇ ਜਿੱਥੇ ਤੰਦਰੁਸਤੀ ਮੰਗਦਾ ਹੈ, ਸਤਿਗੁਰਾਂ ਦੇ ਕੋਲੋਂ ਆ ਕੇ ਸੰਸਾਰੀ ਅਨੇਕ ਪ੍ਰਕਾਰ ਦੇ ਸੁੱਖ ਸਹੂਲਤਾਂ ਮੰਗਦਾ ਹੈ, ਕਿ ਉੱਥੇ ਸਤਿਗੁਰੂ ਜੀ ਦੇ ਕੋਲੋਂ ਆ ਕੇ ਸਤਿਗੁਰੂ ਨੂੰ ਵੀ ਮੰਗਿਆ ਕਰ ਵੀ ਸਤਿਗੁਰੂ ਦਾਤਾਂ ਤੇ ਤੁਸੀਂ ਬੇਅੰਤ ਦਿੱਤੀਆਂ, ਬਿਨਾਂ ਮੰਗਿਆ ਵੀ ਦਿੱਤੀਆਂ। ਕਿਉਂਕਿ ਸਤਿਗੁਰੂ ਪਰਮੇਸ਼ਰ ਐਸਾ ਦਾਤਾ ਹੈ, ਬਿਨ ਮੰਗਿਆ ਦਾਨ ਦੇਵ ਸੀ, ਬਿਨਾਂ ਮੰਗਿਆ ਤੋਂ ਹੀ ਦਾਨ ਦਿੰਦੇ। ਹੁਣ ਮਨੁੱਖਾ ਜਨਮ ਸਾਨੂੰ ਦਿੱਤਾ ਹੈ, ਅਸੀਂ ਮੰਗਿਆ ਥੋੜਾ ਸੀ। ਮਹਾਰਾਜ ਨੇ ਕਿਰਪਾ ਕਰਕੇ ਸਾਨੂੰ 84 ਲੱਖ ਜੂਨ ਦਾ ਸਰਦਾਰ ਬਣਾ ਦਿੱਤਾ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਖਦਾਰੀ। ਬੰਦੇ ਦੀ ਇਹ ਦੇਹ ਦਿੱਤੀ ਹੈ, ਮਨੁੱਖਾ ਸਰੀਰ ਦਿੱਤਾ ਹੈ, ਮੰਗ ਕੇ ਥੋੜਾ ਲਿਆ। ਮਹਾਰਾਜ ਨੇ ਤਰਸ ਕਰਕੇ ਦਿੱਤਾ, ਪਰਿਵਾਰ ਦਿੱਤਾ ਹੈ, ਘਰ-ਬਾਰ ਦਿੱਤਾ ਹੈ, ਬਹੁਤ ਕੁਝ ਵਾ ਕਿ ਜੋ ਅਸੀਂ ਮੰਗਿਆ ਨਹੀਂ ਸੀ ਸਾਨੂੰ ਮਿਲ ਗਿਆ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਦਾਤਾਂ ਤੇ ਮੰਗਦਾ ਹੀ ਰਹਿੰਦਾ ਹੈ, ਪਰ ਦਾਤੇ ਨੂੰ ਨਹੀਂ ਮੰਗਦਾ। ਕੋਈ ਵਿਰਲਾ ਹੈ ਜਿਹੜਾ ਦਾਤੇ ਨੂੰ ਵੀ ਮੰਗਦਾ, ਨਹੀਂ ਤੇ ਦਾਤੇ ਦੇ ਕੋਲੋਂ ਦਾਤਾ ਹੀ ਮੰਗਦਾ ਹੈ। ਬਾਣੀ 'ਚ ਬਚਨ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਵੀ ਦਾਤ ਨੂੰ ਇਹਨੇ ਪਿਆਰ ਕੀਤਾ, ਦਾਤ ਇਹਨੂੰ ਪਿਆਰੀ ਲੱਗਦੀ ਹੈ ਵੀ ਆਹ ਦੇ ਦੇ ਦਾਤੇ, ਆਹ ਦੇ ਦੇ, ਆਹ ਵਸਤੂ ਦੇ ਦੇ, ਤੇ ਦਾਤਾ ਦਈ ਵੀ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਵੀ ਦਾਤ ਇਹਨੂੰ ਨਹੀਂ ਮੰਗਦਾ, ਇਹ ਸਿਰਫ ਦਾਤਾ ਹੀ ਮੰਗਦਾ ਦਾਤੇ ਦੇ ਕੋਲ। ਇਹ ਭਾਈ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਕਿ ਸਤਿਗੁਰੂ ਸਾਡੇ ਆਪਣੇ ਆ, ਕਿਉਂਕਿ ਸਤਿਗੁਰੂ ਸਾਰਿਆਂ ਦੇ ਆ। ਹਰ ਇੱਕ ਸਤਿਗੁਰੂ ਦੇ ਨਾਲ ਪ੍ਰੇਮ ਕਰੇ,
ਸਤਿਗੁਰੂ ਸਾਰਿਆਂ ਨਾਲ ਪ੍ਰੇਮ ਕਰਦੇ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਵੰਡਿਆ ਥੋੜ੍ਹਾ ਜਾ ਸਕਦਾ ਹੈ ਕਿ ਸਤਿਗੁਰੂ ਕੋਈ ਇੱਕੇ ਜਾਣੇ ਦਾ ਹੀ ਹੈ। ਜੋ ਇਹ ਬਚਨ ਆਇਆ ਹੈ ਸਤਿਗੁਰ ਸਿਮਰਹੁ ਆਪਣਾ, ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ ਵੀ ਭਾਈ ਸਾਰੇ ਜਾਣੇ ਆਪਣੇ ਹਿਰਦੇ ਵਿੱਚ ਇਹ ਭਾਵਨਾ ਬਣਾ ਕੇ ਆਪਣੇ ਸਤਿਗੁਰੂ ਜੀ ਦਾ ਸਿਮਰਨ ਕਰੋ। ਹਰ ਇੱਕ ਦੇ ਹਿਰਦੇ ਵਿੱਚ ਇਹ ਭਾਵਨਾ ਹੋਵੇ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਮੇਰਾ ਵਾ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਡੇ ਆ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਆ, ਸਾਰਿਆਂ ਦੇ ਸਾਂਝੇ। ਕਿਉਂਕਿ ਪਰਮੇਸ਼ਰ ਇੱਕ ਦਾ ਨਹੀਂ ਹੁੰਦਾ। ਪਰਮੇਸ਼ਰ ਦੀ ਪੈਦਾ ਕੀਤੀ ਜੋ ਵਸਤੂ ਉਹ ਵੀ ਇੱਕ ਦੀ ਨਹੀਂ, ਸਾਰਿਆਂ ਦੀ ਸਾਂਝੀ ਹੈ। ਤੇ ਸਤਿਗੁਰੂ ਵੀ ਇੱਕ ਦੇ ਨਹੀਂ, ਸਤਿਗੁਰੂ ਵੀ ਸਾਰੀ ਸ੍ਰਿਸ਼ਟੀ ਦੇ ਸਾਂਝੇ ਆ। ਕਿਉਂਕਿ ਬਾਣੀ ਦੇ ਵਿੱਚ ਬਚਨ ਆਇਆ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, 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 ਸਾਂਝਾ ਸਾਹਿਬ ਬਾਪ ਹਮਾਰਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਨੌ ਨਿਧ ਤੇਰਾ ਖੁੱਟ ਭੰਡਾਰਾ। ਸਤਿਗੁਰੂ ਪਿਤਾ ਵਾ ਤੇ ਸਤਿਗੁਰੂ ਸਾਰੀ ਸ੍ਰਿਸ਼ਟੀ ਦੇ ਸਾਂਝੇ ਆ। ਸਾਂਝੇ ਕਰਕੇ ਹੀ ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਕਿਤੇ ਕੋਈ ਵੰਡ ਵਿਤਕਰਾ ਰੱਖਿਆ ਵੀ ਇਸ ਦੇਸ਼ ਵਿੱਚ ਜਾਣਾ, ਇਸ ਵਿੱਚ ਨਹੀਂ ਜਾਣਾ, ਐਸੇ ਇਲਾਕੇ ਦੇ ਵਿੱਚ ਜਾਣਾ, ਇਸ ਵਿੱਚ ਨਹੀਂ ਜਾਣਾ, ਐਸ ਬੋਲੀ ਵਾਲਿਆਂ ਨੂੰ ਉਪਦੇਸ਼ ਦੇਣਾ, ਆਹ ਬੋਲੀ ਵਾਲਿਆਂ ਨੂੰ ਨਹੀਂ ਉਪਦੇਸ਼ ਦੇਣਾ, ਕੋਈ ਵਿਤਕਰਾ ਨਹੀਂ ਰੱਖਿਆ। ਜਿੱਥੇ ਕੋਈ ਗੁਰਮੁਖੀ ਬੋਲਣ ਵਾਲਾ ਹੈ ਉੱਥੇ ਵੀ ਉਪਦੇਸ਼ ਦਿੱਤਾ ਹੈ, ਤੇ ਜਿੱਥੇ ਕੋਈ ਹਿੰਦੀ ਬੋਲਣ ਵਾਲਾ ਹੈ ਉੱਥੇ ਜਾ ਕੇ ਉਪਦੇਸ਼ ਵੀ ਦਿੱਤਾ ਹੈ, ਜਿੱਥੇ ਕੋਈ ਸੰਸਕ੍ਰਿਤ ਪੜ੍ਹਿਆ ਹੈ ਉੱਥੇ ਵੀ ਜਾ ਕੇ ਬਾਬਾ ਜੀ ਨੇ ਉਪਦੇਸ਼ ਦਿੱਤਾ, ਤੇ ਜਿੱਥੇ ਕੋਈ ਅਰਬੀ ਫਾਰਸੀ ਪੜ੍ਹੇ ਹੋਏ ਸੀ ਉਹਨਾਂ ਨੂੰ ਜਾ ਕੇ ਵੀ ਉਪਦੇਸ਼ ਦਿੱਤਾ। ਕੋਈ ਜਗ੍ਹਾ ਛੱਡੀ ਨਹੀਂ। ਮੱਕੇ ਜਾ ਕੇ, ਮਦੀਨੇ ਜਾ ਕੇ, ਹਰਿਦੁਆਰ ਜਾ ਕੇ, ਕਾਂਚੀ ਜਾ ਕੇ, ਰਿਸ਼ੀਕੇਸ਼ ਜਾ ਕੇ, ਕੁਰਸ਼ੇਤਰ ਦੀ ਧਰਤੀ ਤੇ ਜਾ ਕੇ, ਜਗਨਨਾਥਪੁਰੀ ਜਾ ਕੇ, ਕਿਹੜੀ ਕਿਹੜੀ ਥਾਂ ਗਿਣੀ ਜਾਵੇ, ਸਾਰੀਆਂ ਜਗ੍ਹਾ ਤੇ ਗਿਣੀਆਂ ਹੀ ਨਹੀਂ ਜਾ ਸਕਦੀਆਂ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੰਕਤੀ ਵਿੱਚ ਹੀ ਕਹਿ ਦਿੱਤਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਰੀ ਸ੍ਰਿਸ਼ਟੀ ਨੂੰ ਉਪਦੇਸ਼ ਦਿੱਤਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਉਪਦੇਸ਼ ਸਾਰੀ ਸ੍ਰਿਸ਼ਟੀ ਨੂੰ ਦਿੱਤਾ ਹੈ। ਬਾਬਾ ਸਾਰਿਆਂ ਦਾ ਸਾਂਝਾ ਹੈ, ਪਰ ਭਲਾ ਉਹਦਾ ਹੋਣਾ ਜਿਨੇ ਆਪ ਵੀ ਮੰਨਿਆ ਕਿ ਸਤਿਗੁਰੂ ਮੇਰਾ, ਜਿਸ ਨੇ ਆਪਣੇ ਹਿਰਦੇ 'ਚ ਭਾਵਨਾ ਬਣਾਈ ਕਿ ਸਤਿਗੁਰੂ ਮੇਰੇ। ਸਤਿਗੁਰੂ ਤੇ ਸਾਰਿਆਂ ਨਾਲ ਮੁਹੱਬਤ ਕਰਦੇ ਹੀ ਆ, ਸਾਰਿਆਂ ਨਾਲ ਪ੍ਰੇਮ ਕਰਦੇ ਹੀ ਆ, ਪਰ ਜਿਸ ਨੇ ਸਤਿਗੁਰੂ ਜੀ ਦੇ ਨਾਲ ਪ੍ਰੇਮ ਕਰਕੇ ਸਤਿਗੁਰੂ ਦਾ ਉਪਦੇਸ਼ ਧਾਰਨ ਵੀ ਕੀਤਾ, ਸਤਿਗੁਰੂ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਇਆ। ਮਾਰੇ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਸਿਮਰਨ ਕਰੋ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਕਿ ਸਤਿਗੁਰੂ ਸਾਡੇ ਆਪਣੇ ਹਨ। ਤੇ ਸਤਿਗੁਰੂ ਜੀ ਨੂੰ ਘਟ ਹਿਰਦੇ ਦੇ ਵਿੱਚ ਭਾਈ ਯਾਦ ਕਰੋ, ਹਿਰਦੇ ਦੇ ਵਿੱਚ ਸਤਿਗੁਰੂ ਜੀ ਦਾ ਧਿਆਨ ਕਰੋ, ਸਤਿਗੁਰੂ ਜੀ ਦਾ ਨਾਮ ਸਿਮਰਨ ਕਰੋ। ਸਤਿਗੁਰੂ ਜੀ ਦੇ ਦਿੱਤਾ ਹੋਇਆ ਜੋ ਨਾਮ ਹੈ, ਗੁਰਮੰਤਰ ਮੂਲ ਮੰਤਰ, ਉਹ ਘਟ ਹਿਰਦੇ ਦੇ ਵਿੱਚ ਵਸਾਓ। ਅਵ ਘਟ, ਜੋ ਅਵ ਘਟ ਔਖੀਆਂ ਘਾਟੀਆਂ ਹਨ, ਇਹ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ, ਇਹਦੇ ਤੋਂ ਬਚਣ ਵਾਸਤੇ ਸਤਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ। ਫਿਰ ਇਸੇ ਪ੍ਰਕਾਰ ਘਾਟ ਸਰੀਰ ਕਰਕੇ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਓ, ਘਾਟ ਹਿਰਦੇ ਕਰਕੇ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਓ। ਤੇ ਘਾਟ ਹੋਰ ਘਾਟਾਂ ਦੇ ਉੱਤੇ ਜਦੋਂ ਔਖੀਆਂ ਘਾਟੀਆਂ ਕੋਈ ਜ਼ਿੰਦਗੀ ਵਿੱਚ ਆਉਂਦੀਆਂ, ਕੋਈ ਔਖਾ ਸਮਾਂ ਆਉਂਦਾ, ਕੋਈ ਘਾਟੀ, ਕੋਈ ਪੱਤਣ, ਕੋਈ ਐਸਾ ਸਮਾਂ ਆਉਂਦਾ, ਉੱਥੇ ਵੀ ਸਤਿਗੁਰੂ ਜੀ ਨੂੰ ਸਿਮਰੋ। ਸਤਿਗੁਰੂ ਅੰਦਰਲੀਆਂ ਬਾਹਰਲੀਆਂ ਸਭ ਸੌਖੀਆਂ ਤੇ ਔਖੀਆਂ ਘਾਟੀਆਂ ਤੋਂ ਰੱਖਿਆ ਕਰਨ ਵਾਲੇ, ਸਾਰਿਆਂ ਥਾਵਾਂ ਤੋਂ ਮਹਾਰਾਜ ਸਾਹਿਬ ਜੀ ਰੱਖਿਆ ਕਰਨ ਵਾਲੇ। ਸਤਿਗੁਰੂ ਜੀ ਨੂੰ ਚੌਹਾਂ ਖਾਣੀਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਰੱਖਿਆ ਕਰਨ ਵਾਲੇ, ਚੌਹਾਂ ਖਾਣੀਆਂ ਵਾਲੇ ਜੀਵਾਂ ਦੀ ਵੀ ਰੱਖਿਆ ਕਰਨ ਵਾਲੇ, ਚੌਹਾਂ ਯੁੱਗਾਂ ਦੇ ਵਿੱਚ ਰੱਖਿਆ ਕਰਨ ਵਾਲੇ ਹਨ।
ਔਰ ਆਪਣੇ ਹਿਰਦੇ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਐਸੇ ਸਤਿਗੁਰੂ ਜੀ ਦਾ ਸਿਮਰਨ ਕਰੋ। ਜਿਵੇਂ ਮੱਖਣ ਸ਼ਾਹ ਲਬਾਣੇ ਨੇ ਸਮੁੰਦਰ ਦੇ ਵਿੱਚ ਚੇਤੇ ਕੀਤਾ ਸਤਿਗੁਰੂ ਜੀ ਨੂੰ, ਉੱਥੇ ਅਰਦਾਸ ਕੀਤੀ ਤੇ ਮਹਾਰਾਜ ਨੇ ਡੁੱਬਦਾ ਬੇੜਾ ਬੰਨੇ ਲਾਇਆ। ਜ਼ਿੰਦਗੀਆਂ ਦੇ ਡੁੱਬਦੇ ਬੇੜੇ ਸਤਿਗੁਰੂ ਜੀ ਬੰਨੇ ਲਾਉਂਦੇ ਆ, ਡੁੱਬਦੇ ਜਹਾਜ਼ ਬੰਨੇ ਲਾਉਂਦੇ। ਤੋ ਮਹਾਰਾਜ ਸਾਹਿਬ ਜੀ ਨੂੰ ਹਰ ਇੱਕ ਮੌਕੇ ਦੇ ਉੱਤੇ ਔਖੀਆਂ ਘਾਟੀਆਂ ਤੇ ਵੀ ਭਾਈ ਚੇਤੇ ਕਰੋ, ਹਿਰਦੇ ਵਿੱਚ ਵਸਾ ਕੇ ਰੱਖੋ। ਹਰ ਹਰ ਨਾਮ ਜਪੰਤਿਆ। ਪੰਜਵੇਂ ਪਾਤਸ਼ਾਹ ਕਹਿੰਦੇ ਹਰ ਹਰ ਜੋ ਪਰਮੇਸ਼ਰ ਵਾਹਿਗੁਰੂ ਹੈ ਨਾ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ, ਦੁੱਖਾਂ ਦਾ ਹਾਰਕ, ਉਸ ਪ੍ਰਭੂ ਦੇ ਨਾਮ ਨੂੰ ਜਪਦਿਆਂ ਹੋਇਆ ਕੋਈ ਨਾ ਬੰਧਨ ਵਾਟ। ਕੋਈ ਵੀ ਫਿਰ ਵਾਟ ਦੇ ਵਿੱਚ, ਵਾਟ ਨਾਮ ਹੈ ਰਸਤੇ ਦਾ, ਕੋਈ ਵੀ ਫਿਰ ਸਾਡੇ ਰਸਤੇ ਦੇ ਵਿੱਚ ਬੰਧ ਨਹੀਂ ਲਾ ਸਕਦਾ, ਬੰਧਨ ਨਹੀਂ ਪਾ ਸਕਦਾ, ਰੋਕ ਨਹੀਂ ਕੋਈ ਲਾ ਸਕਦਾ। ਜਿਹੜਾ ਇਹ ਭਾਵ ਭਗਤੀ ਦਾ ਰਸਤਾ ਹੈ ਨਾ, ਇਸ ਦੇ ਵਿੱਚ ਕੋਈ ਬੰਧਨ, ਕੋਈ ਰੁਕਾਵਟ ਨਹੀਂ ਫਿਰ ਪਾ ਸਕਦਾ ਹੈ। ਵਾਹਿਗੁਰੂ ਦੇ ਨਾਮ ਨੂੰ ਜਪਦੇ ਆ ਸਾਰੇ ਬੰਧਨ ਦੂਰ ਹੋ ਜਾਂਦੇ ਹਨ। ਪੌੜੀ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਜੀ। ਤੂੰ ਸਮਰੱਥ। ਇਹ ਪ੍ਰਭੂ ਇਸ ਜਗ੍ਹਾ ਤੇ ਤੂੰ ਰੱਖਿਆ ਕਰਨ ਨੂੰ ਸਮਰੱਥ ਹੈ, ਤੂੰ ਸਰਬ ਸ਼ਕਤੀਮਾਨ ਹੈ। ਜਿੱਥੈ ਕੋਈ ਨਾਹੀਂ। ਜਿਸ ਥਾਂ ਤੇ ਜੀਵ ਦੇ ਨਾਲ ਕੋਈ ਵੀ ਨਹੀਂ ਜਾਂਦਾ, ਜਿੱਥੇ ਕੋਈ ਵੀ ਇਹਦੀ ਰੱਖਿਆ ਸਹਾਇਤਾ ਕਰਨ ਨੂੰ ਸਮਰੱਥ ਨਹੀਂ ਹੈ ਨਾ, ਜਿਸ ਥਾਂ ਤੇ ਕਿਸੇ ਵੀ ਜੀਵ ਦੀ ਸਮਰੱਥਾ ਨਹੀਂ ਹੈ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਹੈ। ਸਾਧ ਸੰਗਤ, ਸਰੀਰਕ ਸਮਰੱਥਾ ਹੈ, ਇਸੇ ਪ੍ਰਕਾਰ ਆਰਥਿਕ ਸਮਰੱਥਾ ਹੁੰਦੀ ਹੈ ਵੱਖਰੀ ਵੱਖਰੀ। ਮਾਇਆ ਦੀ ਵੀ ਸੰਸਾਰੀ ਤੌਰ ਦੇ ਉੱਤੇ ਤਾਕਤ ਹੈ। ਕੋਈ ਐਸੀ ਔਖੀ ਮੁਸੀਬਤ ਬਣ ਜਾਵੇ ਜਿਹੜੀ ਸੰਸਾਰੀ ਮਾਇਆ ਦੇ ਨਾਲ ਹੀ ਸੰਸਾਰੀ ਰੁਕਾਵਟ ਦੂਰ ਹੋ ਜਾਂਦੀ ਹੈ। ਕੋਈ ਔਖੀ ਮੁਸੀਬਤ ਵਿੱਚ ਬੰਦਾ ਫਸ ਜਾਵੇ, ਮੁਸ਼ਕਲ ਦੀ ਘੜੀ ਬਣ ਜਾਵੇ, ਕੋਈ ਸਰੀਰਕ ਤਾਕਤ ਦੇ ਨਾਲ ਕਿਤੋਂ ਛੁਟਕਾਰਾ ਹੁੰਦਾ ਹੈ। ਪਰ ਇਹ ਸਮਰੱਥਾ ਵੱਖ-ਵੱਖ ਹੈ। ਕਿਸੇ ਦੀ ਸਮਰੱਥਾ ਹੈ ਘਰ ਵਿੱਚ ਰੱਖਿਆ ਕਰਨ ਦੀ, ਕਿਸੇ ਦੀ ਸਮਰੱਥਾ ਹੈ ਪਿੰਡ 'ਚ ਰੱਖਿਆ ਕਰਨ ਦੀ, ਕਿਸੇ ਦੀ ਸਮਰੱਥਾ ਹੈ ਆਪਣੇ ਇਲਾਕੇ 'ਚ ਰੱਖਿਆ ਕਰਨ ਦੀ, ਕਿਸੇ ਦੀ ਸਮਰੱਥਾ ਆਪਣੇ ਜ਼ਿਲ੍ਹੇ ਵਿੱਚ ਰੱਖਿਆ ਸਹਾਇਤਾ ਕਰ ਲੈਂਦਾ ਹੈ। ਤੇ ਫਿਰ ਬੰਦਾ ਐਸੇ ਇਨਸਾਨਾਂ ਨੂੰ ਮਿੱਤਰ ਬਣਾਉਂਦਾ ਹੈ, ਉਹਨਾਂ ਨਾਲ ਪ੍ਰੇਮ ਭਾਵਨੀ ਰੱਖਦਾ ਹੈ ਤੇ ਕਹਿੰਦਾ ਵੀ ਹੈ ਕਿ ਮੇਰੀ ਸਾਂਝ ਬੜੇ ਵੱਡੇ ਆਦਮੀ ਦੇ ਨਾਲ ਹੈ। ਕੋਈ ਮੁਸੀਬਤ ਦਾ ਸਮਾਂ ਬਣ ਜਾਵੇ ਤੇ ਕਹਿੰਦਾ ਵੀ ਜ਼ਿਲ੍ਹੇ ਦੇ ਵਿੱਚ ਆਪਾਂ ਨੂੰ ਕੋਈ ਖਤਰਾ ਨਹੀਂ ਹੈ। ਕੋਈ ਕਹਿੰਦਾ ਸਾਰੇ ਦੇਸ਼ ਵਿੱਚ ਆਪਾਂ ਨੂੰ ਕੋਈ ਖਤਰਾ ਨਹੀਂ। ਕੋਈ ਕਹਿੰਦਾ ਵੀ ਮੇਰਾ ਐਸਾ ਸੱਜਣ ਮਿੱਤਰ ਹੈ ਜਿਹੜਾ ਜਿਹਦੀ ਵਿਦੇਸ਼ਾਂ ਵਿੱਚ ਵੀ ਚੱਲਦੀ ਆ, ਉਹ ਵਿਦੇਸ਼ਾਂ ਤੀਕ ਵੀ ਉਹਦੀ ਪਹੁੰਚ ਹੈ। ਪਰ ਮਹਾਰਾਜ ਕਹਿੰਦੇ ਭਾਈ ਇਹ ਤਾਂ ਲੋਕ ਦੀ ਹਾਲਤ ਹੈ ਨਾ, ਅਸਲ ਵਿੱਚ ਇੱਥੇ ਵੀ ਪਰਮੇਸ਼ਰ ਹੀ ਰੱਖਿਆ ਕਰਨ ਵਾਲਾ ਹੈ। ਜਿਹੜਾ ਪ੍ਰਲੋਕ ਦਾ ਰਸਤਾ ਹੈ, ਜਿੱਥੇ ਕਿਸੇ ਦੀ ਨਹੀਂ ਚੱਲਣੀ, ਜਿੱਥੇ ਕਿਸੇ ਦੀ ਸਮਰੱਥਾ ਨਹੀਂ, ਉੱਥੇ ਸਮਰੱਥਾ ਹੈ ਵਾਹਿਗੁਰੂ ਦੀ ਰੱਖਿਆ ਕਰਨ ਦੀ। ਸਭ ਤੋਂ ਵੱਡਾ ਉਹ ਵਾਹਿਗੁਰੂ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਸਭ ਤੋਂ ਵੱਡੀ ਸਮਰੱਥਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀ। ਇਹ ਪ੍ਰਭੂ ਜਿੱਥੇ ਕੋਈ ਰੱਖਿਆ ਕਰਨ ਨੂੰ ਸਮਰੱਥ ਨਹੀਂ ਹੈ ਨਾ, ਉੱਥੇ ਪ੍ਰਭੂ ਤੂੰ ਹੀ ਰੱਖਿਆ ਕਰਨ ਵਾਸਤੇ ਸਮਰੱਥ ਹੈ। ਕਿਉਂਕਿ ਕਈ ਵਾਰੀ ਐਸਾ ਸਮਾਂ ਵੀ ਜੀਵ ਤੇ ਜਿਉਂਦਿਆਂ ਵੀ ਬਣਦਾ ਹੈ ਤੇ ਸਵਾਸ ਤਿਆਗਣ ਤੋਂ ਬਾਅਦ ਵੀ ਬਣਦਾ ਹੈ, ਜਿਸ ਵੇਲੇ ਜੀਵ ਦੀ ਕੋਈ ਵੀ ਮਦਦ ਕਰਨ ਵਾਸਤੇ ਤਿਆਰ ਨਹੀਂ। ਕਈ ਵਾਰੀ ਬਹੁਤ ਸੱਜਣ ਮਿੱਤਰ ਹੁੰਦੇ, ਰਿਸ਼ਤੇਦਾਰ, ਭੈਣ ਭਰਾ, ਸਾਰੇ ਕਹਿੰਦੇ ਆ ਕਿ ਅਸੀਂ ਤੇਰੇ ਨਾਲ ਖਲੋਤੇ ਆ, ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ, ਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ ਤੇਰੇ ਨਾਲ, ਤੇਰੇ ਥਾਂ ਦੇ ਉੱਤੇ ਆਪਾਂ ਕੁਰਬਾਨ ਕਰ ਦਿਆਂਗੇ। ਪਰ ਜਦੋਂ ਸਮਾਂ ਬਣੇ ਤੇ ਬਾਣੀ ਨੇ ਕਹਿ ਦਿੱਤਾ ਵੀ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਵਿੱਚ ਸਾਰੇ ਸੰਗੀ ਸਾਥੀ ਆ, ਪਰ ਦੁੱਖ ਵਿੱਚ ਕੋਈ ਸੰਗੀ ਨਹੀਂ ਹੁੰਦਾ। ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਇਸ ਕਰਕੇ ਮਨਾ ਵਾਹਿਗੁਰੂ ਦਾ ਭਜਨ ਕਰਿਆ ਕਰ। ਜਿਉਂਦਿਆਂ ਵੀ ਜੀਵਨ ਵਿੱਚ ਵਾਹਿਗੁਰੂ ਨੇ ਰੱਖਿਆ ਕਰਨੀ ਹੈ ਤੇ ਬਾਅਦ ਵਿੱਚ ਵੀ ਉਸ ਨੇ ਹੀ ਰੱਖਿਆ ਕਰਨੀ ਹੈ। ਤਿੱਥੈ ਤੂੰ ਸਮਰੱਥ ਹੈ। ਪ੍ਰਭੂ ਉਸ ਥਾਂ ਦੇ ਉੱਤੇ ਤੂੰ ਰੱਖਿਆ ਕਰਨ ਨੂੰ ਸਮਰੱਥ ਹੈ ਜਿੱਥੇ ਜੀਵ ਦੀ ਕੋਈ ਵੀ ਰਾਖੀ ਨਹੀਂ ਕਰ ਸਕਦਾ ਹੈ। ਤੇਰੀ ਰੱਖ। ਉਸ ਥਾਂ ਤੇ ਹੈ ਪ੍ਰਭੂ ਤੇਰੀ ਹੀ ਰੱਖ ਹੈ, ਤੇਰੀ ਹੀ ਰੱਖਿਆ ਜੀਵ ਨੂੰ ਪ੍ਰਾਪਤ ਹੈ। ਅਗਨੀ ਉਦਰ ਮਾਹੇ। ਜਿਸ ਥਾਂ ਤੇ ਮਾਤਾ ਦੇ ਉਦਰ ਦੇ ਵਿੱਚ ਬਲਦੀ ਹੋਈ ਅੱਗ ਹੈ, ਉਦਰ ਦੀ ਅਗਨੀ ਦੇ ਮਾਹੇ ਵਿੱਚ, ਪੇਟ ਦੀ ਅਗਨੀ ਦੇ ਵਿੱਚ ਵੀ ਉੱਥੇ ਤੇਰੀ ਰੱਖ, ਉੱਥੇ ਤੇਰੀ ਹੀ ਰੱਖਿਆ ਪ੍ਰਾਪਤ ਹੋਈ।
ਜਦੋਂ ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਅਗਨੀ ਦੇ ਵਿੱਚ ਜੀਵ ਪੁੱਠਾ ਲਟਕਦਾ, ਜਨਮ ਤੋਂ ਪਹਿਲਾਂ ਮੁਖ ਤਲੇ ਪੈਰ ਉੱਪਰੇ ਵਸੰਦੋ ਕੋ ਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦਾ ਨਾਏ। ਤਾਂ ਉੱਥੇ ਵੀ ਵਾਹਿਗੁਰੂ ਪਰਮੇਸ਼ਰ ਦੀ ਰੱਖਿਆ ਹੀ ਪ੍ਰਾਪਤ ਹੋਈ ਹੈ। ਪ੍ਰਭੂ ਨੇ ਉੱਥੇ ਰੱਖਿਆ ਕੀਤੀ, ਹੋਰ ਤਾਂ ਉੱਥੇ ਕੋਈ ਰਾਖੀ ਕਰਨ ਵਾਲਾ ਨਹੀਂ ਸੀ। ਜਦੋਂ ਬੱਚਾ ਬੱਚੀ ਗਰਭ ਦੇ ਵਿੱਚ ਪੁੱਠਾ ਲਟਕਦੇ ਆ ਕਿੰਨੇ ਮਹੀਨਿਆਂ ਤੱਕ, ਤੇ ਗਰਭ ਦੀ ਅੱਗ ਮੱਚਦੀ ਆ, ਜਿੱਥੇ ਮਾਤਾ ਦੇ ਖਾਧੇ ਹੋਏ ਭੋਜਨ ਹਜਮ ਹੁੰਦੇ ਆ, ਖਾਧੇ ਹੋਏ ਰੋੜ ਤੱਕ ਹਜਮ ਹੋ ਜਾਂਦੇ ਆ, ਪਰ ਫੁੱਲਾਂ ਨਾਲੋਂ ਵੀ ਨਰਮ ਸਰੀਰ, ਕੋਮਲ ਜਿਹਾ ਸਰੀਰ ਉੱਥੇ ਇਸ ਤਰ੍ਹਾਂ ਪੱਕਿਆ ਜਿਵੇਂ ਆਵੇ ਦੇ ਵਿੱਚ ਭਾਂਡਾ ਪੱਕਦਾ ਹੈ। ਇਸ ਤਰ੍ਹਾਂ ਇਸ ਸਰੀਰ ਦੀ ਰੱਖਿਆ ਕੀਤੀ ਹੈ। ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ, ਮਾਤਾ ਦੇ ਉਦਰ ਦੀ ਅਗਨੀ ਦੇ ਵਿੱਚ ਵੀ ਵਾਹਿਗੁਰੂ ਤੇਰੀ ਰੱਖਿਆ ਪ੍ਰਾਪਤ ਹੋਈ। ਬੱਚੇ ਬੱਚੀ ਦਾ ਜਦੋਂ ਜਨਮ ਹੋ ਜਾਂਦਾ ਹੈ ਨਾ, ਜਨਮ ਤੋਂ ਬਾਅਦ ਕਈਆਂ ਘਰਾਂ ਦੇ ਵਿੱਚ ਬੜੇ ਵਹਿਮ ਕੀਤੇ ਜਾਂਦੇ ਆ। ਗੁਰਸਿੱਖਾਂ ਨੂੰ ਤੇ ਹੁਕਮ ਹੈ ਕਿ ਬਾਲਕ ਦਾ ਜਨਮ ਹੋਵੇ ਤੇ ਉਹਦੇ ਹੱਥ ਦੇ ਵਿੱਚ ਸਰਬਲੋਏ ਦਾ ਕੜਾ ਪਾਇਆ ਜਾਵੇ। ਇਹ ਮਰਿਆਦਾ ਹੈ ਗੁਰੂ ਘਰ ਦੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ। ਤੇ ਕਈ ਫਿਰ ਜਦੋਂ ਬਾਲਕ ਦਾ ਜਨਮ ਹੁੰਦਾ ਹੈ ਉਸ ਵੇਲੇ ਬਹੁਤ ਵਹਿਮ ਕਰਨਗੇ, ਭਰਮ ਕਰਨਗੇ। ਬੱਚਾ ਛੋਟਾ ਜਿਹਾ ਹੈ, ਇਹਦੇ ਲਾਗੇ ਕੋਈ ਰੱਖ ਜੀ ਬਣਾ ਕੇ ਕਿਸੇ ਤਰੀਕੇ ਨਾਲ ਬੰਨਣਗੇ, ਪਤਾ ਨਹੀਂ ਉਹਦੇ 'ਚ ਕੀ ਟਾਕੀਆਂ ਦੇ ਵਿੱਚ ਵਲੇਟ ਕੇ ਕਈ ਕੁਝ ਬੰਨਿਆ ਜਾਂਦਾ ਹੈ। ਕਈ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਵੀ ਜਨਮ ਤੋਂ ਬਾਅਦ, ਤੇ ਇਹ ਤਰ੍ਹਾਂ ਤਰ੍ਹਾਂ ਦੇ ਵਹਿਮ ਕਰ ਲਏ। ਜਦੋਂ ਬੱਚੇ ਦਾ ਜਨਮ ਨਹੀਂ ਹੋਇਆ ਸੀ, ਗਰਭ ਵਿੱਚ ਪੁੱਠਾ ਲਟਕਦਾ ਸੀ, ਉਦੋਂ ਉਹਦੇ ਹੱਥ ਤੇ ਕੀ ਬੰਨਿਆ ਸੀ ਦੱਸੋ? ਉਦੋਂ ਹਿੰਗ ਬੰਨੀ ਸੀ, ਉਦੋਂ ਹੋਰ ਕੀ ਬੰਨਿਆ ਸੀ? ਉਦੋਂ ਉਸ ਮੌਕੇ ਤੇ ਕਿੰਨੇ ਰੱਖਿਆ ਕੀਤੀ? ਉੱਥੇ ਵਾਹਿਗੁਰੂ ਨੇ ਰੱਖਿਆ ਕੀਤੀ। ਜੇ ਜਨਮ ਤੋਂ ਪਹਿਲਾਂ ਪੁੱਠੇ ਲਟਕਦਿਆਂ ਉਹ ਰਾਖੀ ਕਰਦਾ ਹੈ, ਤੇ ਜਦੋਂ ਜਨਮ ਦੇ ਕੇ ਉਹਨੇ ਸਿੱਧੇ ਕਰ ਦਿੱਤਾ ਫਿਰ ਕਿਉਂ ਨਾ ਰੱਖਿਆ ਕਰੇਗਾ? ਮਹਾਰਾਜ ਕਹਿੰਦੇ ਭਰੋਸਾ ਰੱਖ। ਇਸ ਕਰਕੇ ਕਿਸੇ ਵਹਿਮ ਭਰਮ ਦੇ ਵਿੱਚ ਗੁਰਸਿੱਖਾਂ ਨੂੰ ਨਹੀਂ ਪੈਣਾ ਚਾਹੀਦਾ। ਬੱਚੇ ਬੱਚੀ ਦੇ ਜਨਮ ਤੋਂ ਬਾਅਦ ਉਹਦੇ ਹੱਥ ਵਿੱਚ ਸਰਬਲੋਏ ਦਾ ਕੜਾ ਪਾਉਣਾ ਚਾਹੀਦਾ, ਉਹਨੂੰ ਅੰਮ੍ਰਿਤ ਦੀ ਗੁੜਤੀ ਦੇਣੀ ਚਾਹੀਦੀ ਹੈ, ਜੋ ਮਹਾਰਾਜ ਸਾਹਿਬ ਜੀ ਦੀ ਆਗਿਆ ਹੈ। ਸਤਿਗੁਰੂ ਕਹਿੰਦੇ ਗਰਭ ਦੇ ਵਿੱਚ ਵੀ ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨਾ ਸੇਕ। ਉਥੇ ਸੇਕ ਤੱਕ ਨਹੀਂ ਲੱਗਣ ਦਿੱਤਾ, ਮਾਤਾ ਦੀ ਗਰਭ ਅਗਨੀ ਵਿੱਚ ਰੱਖਿਆ ਕੀਤੀ। ਸੋਈ ਸੁਆਮੀ ਇਹਾ ਰਾਖੈ, ਬੂਝ ਬੁੱਧ ਵਿਵੇਕ। ਇਹ ਸਿਆਣੀ ਸਮਝ ਵਾਲਿਆ, ਬੁੱਧੀ ਵਾਲਿਆ, ਉਸੇ ਨੇ ਤੈਨੂੰ ਹੁਣ ਵੀ ਰੱਖਿਆ ਵਾ ਜਿਹਨੇ ਜਨਮ ਤੋਂ ਪਹਿਲਾਂ ਰੱਖਿਆ ਕੀਤੀ ਸੀ। ਤੇ ਤੂੰ ਇਸ ਗੱਲ ਨੂੰ ਸਮਝਦਾ ਨਹੀਂ, ਤੂੰ ਕਹਿੰਦਾ ਵੀ ਹੁਣ ਮੈਂ ਆਪਣੇ ਆਪ ਤੁਰਿਆ ਫਿਰਦਾ। ਨਹੀਂ, ਜਿਹਨੇ ਜਨਮ ਤੋਂ ਪਹਿਲਾਂ ਤੇਰੀ ਰਾਖੀ ਕੀਤੀ ਹੁਣ ਵੀ ਉਹੀ ਰੱਖੀ ਬੈਠਾ। ਉਸੇ ਨੇ ਸਵਾਸ ਦਿੱਤੇ, ਉਸੇ ਨੇ ਜਿੰਦ ਦਿੱਤੀ, ਉਸੇ ਨੇ ਸਰੀਰ ਦਿੱਤਾ, ਉਸੇ ਨੇ ਰਾਖੀ ਕੀਤੀ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਕੋਇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਵਡਦਾਤਾ, ਸੋ ਕਿਉ ਮਨਹੁ ਵਿਸਾਰੀਐ। ਸੋ ਕਿਉਂ ਵਿਸਰੈ, ਜੇ ਅਗਨ ਮਹਿ ਰਾਖੈ। ਉਹ ਕਿਉਂ ਭੁੱਲੇ ਜਿਸ ਨੇ ਗਰਭ ਅਗਨੀ ਵਿੱਚ ਰੱਖਿਆ ਕੀਤੀ ਹੈ। ਸੁਣ ਕੈ ਜਮ ਕੀ ਦੂਤ। ਪੰਜਵੇਂ ਮਹਾਰਾਜ ਸਾਹਿਬ ਕਹਿ ਰਹੇ ਆ ਕਿ ਸੁਣ ਕਰਕੇ ਨਾ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੈ ਜਮ ਕੇ ਦੂਤ। ਜੋ ਜਮ ਦੇ ਦੂਤ ਵਾ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣ ਕਰਕੇ ਨਾਏ ਤੇਰਾ ਛੱਡ ਜਾਹੇ। ਇਹ ਪ੍ਰਭੂ ਤੇਰੇ ਨਾਮ ਨੂੰ ਸੁਣ ਕਰਕੇ ਛੱਡ ਜਾਂਦੇ ਆ ਜੀ। ਜੇ ਕਿਤੇ ਆ ਵੀ ਜਾਣ ਨਾ ਫੜਨ ਵਾਸਤੇ, ਤੇ ਫਿਰ ਨਾਮ ਸੁਣ ਲੈਣ ਉਹ ਦੂਤ, ਜਮਾਂ ਦੇ ਦੂਤ, ਧਰਮ ਰਾਜਾ ਦੇ ਦੂਤ, ਤੇ ਨਾਮ ਨੂੰ ਸੁਣ ਕਰਕੇ ਛੱਡ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਜਪੋ। ਨਾਮ ਨੂੰ ਜਦੋਂ ਜਮਦੂਤ ਵੀ ਸੁਣ ਲੈਂਦੇ ਆ ਤੇ ਉਹ ਵੀ ਛੱਡ ਕੇ ਚਲੇ ਜਾਂਦੇ ਵੀ ਇਹਦੀ ਰਸਨਾ ਤੇ ਨਾਮ ਆ, ਇਸ ਨੂੰ ਅਸੀਂ ਨਹੀਂ ਲਿਜਾ ਸਕਦੇ। ਅਸੀਂ ਤਾਂ ਪਾਪੀਆਂ ਨੂੰ ਖੜ ਸਕਦੇ ਆ, ਜਿਹੜਾ ਨਾਮ ਜਪਦਾ ਹੈ ਨਾਮ ਜਪਣ ਵਾਲਿਆਂ ਨੂੰ ਅਸੀਂ ਨਹੀਂ ਲਿਜਾ ਸਕਦੇ। ਜਦੋਂ ਪੁੱਤਰ ਦੇ ਬਹਾਨੇ ਨਾਲ ਅਜਾਮਲ ਦੇ ਮੁਖ ਤੋਂ ਨਾਮ ਨਿਕਲਿਆ ਸੀ ਨਾ, ਨਾਰਾਇਣ ਨਾਰਾਇਣ, ਤਾਂ ਫਿਰ ਜਮਦੂਤ ਆਏ ਹੋਏ ਸੀ ਲੈਣ ਵਾਸਤੇ, ਛੱਡ ਕੇ ਭੱਜ ਗਏ, ਦੇਵਗਣ ਲੈ ਕੇ ਗਏ ਸੀ। ਚੌਥੇ ਪਾਤਸ਼ਾਹ ਨੇ ਰਸਨਾ ਤੋਂ ਫਰਮਾਇਆ, ਪੁੱਤਰ ਹੇਤ ਨਾਰਾਇਣ ਕਹੇ, ਉਹ ਜਮ ਕੰਕਰ ਮਾਰ ਬਿਦਾਰੇ। ਪੁੱਤਰ ਦੇ ਬਹਾਨੇ ਨਾਲ ਜਪਿਆ ਸੀ, ਕਿਉਂਕਿ ਧਰਮ ਰਾਜਾ ਨੇ ਆਪਣੇ ਜਮਦੂਤਾਂ ਨੂੰ
ਇਹ ਸਿੱਖਿਆ ਦਿੱਤੀ ਹੈ, ਆਖ ਛੱਡਿਆ ਵੀ ਜਿੱਥੇ ਕੋਈ ਨਾਮ ਜਪਣ ਵਾਲਾ ਉੱਥੇ ਨਾ ਜਾਇਓ ਜਮਦੂਤੋ। ਜੇ ਚਲੇ ਗਏ ਨਾ ਤੁਹਾਡਾ ਛੁਟਕਾਰਾ ਹੋਣਾ, ਨਾ ਮੇਰਾ ਤੇ ਨਾ ਆਪਣੀ ਜਮਪੁਰੀ ਦਾ ਹੀ ਹੋਣਾ। ਆਪਾਂ ਵਾਹਿਗੁਰੂ ਦੇ ਹੁਕਮ ਵਿੱਚ ਆ ਤੇ ਵਾਹਿਗੁਰੂ ਦੇ ਬੰਦਿਆਂ ਉੱਤੇ ਆਪਣਾ ਜ਼ੋਰ ਨਹੀਂ ਚੱਲਦਾ। ਜਹੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਣਾ ਹੋਣਾ ਤੂੰ ਨਹਿ ਛੁਟਾ ਹੈ ਨਿਕਟ ਨਾ ਜਾਈ ਅਵਦੂਤ। ਸੁਣ ਕੈ ਜਮ ਕੇ ਦੂਤ, ਜਮਾ ਦੇ ਦੂਤ ਵੀ ਨਾਮ ਨੂੰ ਸੁਣ ਕੇ ਨਾਏ ਤੇਰਾ ਛੱਡ ਜਾਹੇ। ਹੇ ਪ੍ਰਭੂ ਤੇਰੇ ਨਾਮ ਨੂੰ ਸੁਣ ਕੇ ਉਹ ਛੱਡ ਜਾਂਦੇ ਹਨ। ਜਲ ਵਿਖਮ ਸੁਗਾਹ, ਜੋ ਸੰਸਾਰ ਹੈ ਇਹ ਕਠਨ ਤੇ ਡੂੰਘਾ ਭੌਜਲ ਹੈ, ਜਿਹਦੇ ਵਿੱਚ ਭੈਦਾਇਕ ਡਰਾਉਣਾ ਜਲ ਭਰਿਆ ਹੋਇਆ ਹੈ, ਪਦਾਰਥਾਂ ਰੂਪੀ ਪਾਣੀ। ਇਹ ਕਠਨ ਜੋ ਭੌਜਲ ਡੂੰਘਾ ਸਮੁੰਦਰ ਹੈ। ਗੁਰ ਸਬਦੀ ਪਾਰ ਆਹੇ, ਗੁਰੂ ਕੇ ਸ਼ਬਦ ਨਾਲ ਜੁੜ ਕਰਕੇ, ਗੁਰੂ ਕੇ ਸ਼ਬਦੀਆਂ ਨੇ ਪਾਰ ਪਾਉਣਾ ਕੀਤਾ ਹੈ। ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜ ਗਏ, ਗੁਰੂ ਕੇ ਉਪਦੇਸ਼ ਨਾਲ ਜੁੜ ਗਏ ਨਾ, ਗੁਰੂ ਸ਼ਬਦ ਦੀ ਬਰਕਤ ਦੇ ਨਾਲ ਪਾਰ ਪੈ ਜਾਈਦਾ ਇਸ ਸੰਸਾਰ ਸਮੁੰਦਰ ਤੋਂ, ਇਹ ਡੂੰਘੇ ਤੇ ਕਠਨ ਕਰਨ ਵਾਲੇ ਭੌਜਲ ਤੋਂ। ਜਿਨ ਕੋ ਲੱਗੀ ਪਿਆਸ, ਮਾਰੇ ਕਹਿੰਦੇ ਭਾਈ ਜਿਨ੍ਹਾਂ ਨੂੰ ਅੰਦਰ ਪਿਆਸ ਲੱਗ ਗਈ, ਜਿਨ੍ਹਾਂ ਨੂੰ ਤੇਹ ਲੱਗੀ ਹੈ, ਅੰਮ੍ਰਿਤ ਸੇ ਖਾਹੇ, ਤੇ ਉਹ ਜੀਵ ਵੀ ਅੰਮ੍ਰਿਤ ਨੂੰ ਖਾਹੇ ਖਾਂਦੇ ਹਨ। ਇਹ ਮਹਾਂਪੁਰਖਾਂ ਨੇ ਦੱਸਿਆ ਕਿ ਬੰਬਈ ਦੇ ਇਲਾਕੇ ਦੀ ਬੋਲੀ ਹੈ ਕਿ ਉਧਰ ਪੀਣ ਵਾਲੀ ਚੀਜ਼ ਨੂੰ ਵੀ ਖਾਣਾ ਕਹਿੰਦੇ ਹਨ। ਪੀਣ ਵਾਲੀ ਚੀਜ਼ ਨੂੰ ਵੀ ਖਾਣਾ ਕਹਿੰਦੇ ਵੀ ਖਾ ਲਓ ਜੀ, ਛਕ ਲਓ ਜੀ। ਇਸੇ ਤਰ੍ਹਾਂ ਵੱਖ-ਵੱਖ ਇਲਾਕੇ ਦੀਆਂ ਬੋਲੀਆਂ ਹੁੰਦੀਆਂ ਹਨ। ਮਾਰੇ ਕਹਿੰਦੇ ਅੰਮ੍ਰਿਤ ਸੇ ਖਾਹੇ, ਉਹ ਅੰਮ੍ਰਿਤ ਨੂੰ ਛਕਦੇ ਹਨ, ਉਹ ਅੰਮ੍ਰਿਤ ਨੂੰ ਪੀਂਦੇ। ਨਾਮ ਜੋ ਅੰਮ੍ਰਿਤ ਹੈ ਨਾ, ਨਾਮ ਅੰਮ੍ਰਿਤ ਨੂੰ, ਨਾਮ ਨੂੰ ਜਪਦੇ ਆ, ਨਾਮ ਨੂੰ ਖਾਂਦੇ ਭੋਗਦੇ ਹਨ, ਜਿਨ੍ਹਾਂ ਦੇ ਅੰਦਰ ਪਿਆਸ ਲੱਗੀ ਹੈ। ਕਲਯੁਗ ਦੇ ਵਿੱਚ ਭਾਈ ਇਹੋ ਹੀ ਵੱਡਾ ਪੁੰਨ ਹੈ, ਗੁਣ ਗੋਬਿੰਦ ਗਾਹੇ, ਜੋ ਗੋਬਿੰਦ ਦੇ ਗੁਣਾਂ ਨੂੰ ਗਾਉਣਾ, ਜੋ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ, ਜਸ ਨੂੰ ਗਾਉਣਾ, ਇਹ ਸਭ ਤੋਂ ਵੱਡਾ ਪੁੰਨ ਕਲਯੁਗ ਦੇ ਵਿੱਚ ਹੈ। ਔਰ ਪ੍ਰਭੂ ਦੇ ਗੁਣਾਂ ਨੂੰ ਗਾਹੇ ਜੋ ਗ੍ਰਹਿਣ ਕਰਨਾ, ਸ਼ੁਭ ਗੁਣਾਂ ਨੂੰ ਹਿਰਦੇ ਧਾਰਨ ਕਰਨਾ ਹੈ। ਸਭ ਸੈ ਨੋ ਕਿਰਪਾਲ, ਉਹ ਪਰਮੇਸ਼ਰ ਸਾਰਿਆਂ ਨੂੰ ਕਿਰਪਾ ਕਰਦਾ ਹੈ, ਸਾਰਿਆਂ ਉੱਤੇ ਕਿਰਪਾਲਤਾ ਕਰਦਾ ਹੈ, ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਸੰਭਾਲੇ ਸਾਹੇ ਸਾਹੇ, ਤੇ ਸਵਾਸ ਸਵਾਸ ਆਪਣੇ ਪਿਆਰਿਆਂ ਦੀ ਉਹ ਸਾਂਭ ਸੰਭਾਲ ਕਰਦਾ ਹੈ। ਜਿਹੜੇ ਉਹਦੇ ਬਣ ਜਾਂਦੇ ਆ ਉਹਨਾਂ ਨੂੰ ਸਵਾਸ ਸਵਾਸ ਸੰਭਾਲਦਾ ਹੈ। ਬਿਰਥਾ ਕੋਈ ਨਾ ਜਾਏ, ਬਿਰਥਾ ਨਾਮ ਹੈ ਖਾਲੀ ਦਾ, ਕੋਈ ਵੀ ਖਾਲੀ ਨਹੀਂ ਜਾਂਦਾ ਹੈ। ਇਹ ਆਵੈ ਤੁਧ ਆਹੇ, ਆਹੇ ਨਾਮ ਹੈ ਇੱਛਾ ਦਾ, ਚਾਹਨਾ ਦਾ। ਜਿਹੜਾ ਚਾਹ ਕੇ ਇਹ ਪ੍ਰਭੂ ਤੁਧ ਆਪ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ, ਜਿਹੜਾ ਭਾਵਨਾ ਲੈ ਕੇ, ਇੱਛਾ ਲੈ ਕੇ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਫਿਰ ਆਪ ਜੀ ਦੇ ਦਰ ਤੋਂ ਖਾਲੀ ਕੋਈ ਨਹੀਂ ਜਾਂਦਾ। ਉਹਦੇ ਹਿਰਦੇ ਦੀਆਂ ਝੋਲੀਆਂ ਨਾਮ ਦੇ ਨਾਲ, ਬਾਣੀ ਦੇ ਨਾਲ, ਬਰਕਤਾਂ ਦੇ ਨਾਲ ਭਰ ਕੇ ਹੀ ਤੋਰਦੇ ਹੋ, ਕੋਈ ਵੀ ਖਾਲੀ ਨਹੀਂ ਜਾਂਦਾ। ਬਿਰਥਾ ਕੋਏ ਨਾ ਜਾਏ, ਬਿਰਥਾ ਨਾਮ ਪੀੜਾ ਦਾ ਵੀ ਹੁੰਦਾ ਹੈ। ਉਸ ਗੁਰਮੁਖ ਦੇ ਅੰਦਰ ਫਿਰ ਕੋਈ ਵੀ ਬਿਰਥਾ ਪੀੜਾ ਜਿਹੜੀ ਹੈ ਨਾ, ਉਹ ਜਾਏ ਜਨਮ ਨਹੀਂ ਲੈਂਦੀ ਹੈ। ਸਾਰੀਆਂ ਪੀੜਾਂ, ਸਾਰੇ ਦੁੱਖ ਦੂਰ ਹੋ ਜਾਂਦੇ ਜਿਹੜਾ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ। ਉਹ ਕੋਈ ਵੀ ਆਪ ਜੀ ਦੀ ਸ਼ਰਨ ਵਿੱਚ ਆਉਣ ਵਾਲਾ ਖਾਲੀ ਨਹੀਂ ਜਾਂਦਾ, ਜਿਹੜਾ ਭਾਵਨਾ ਦੇ ਨਾਲ ਆਪ ਜੀ ਦੀ ਸ਼ਰਨ ਵਿੱਚ ਇਹ ਪ੍ਰਭੂ ਜੀ ਆਉਂਦੇ ਹਨ। ਕਿਉਂਕਿ ਆਪ ਜੀ ਦੀ ਸ਼ਰਨ ਐਸੀ ਹੈ, ਜੋ ਸਰਨੇ ਆਵੈ ਇਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਤੋ ਸਤਿਗੁਰੂ ਜੀ ਨੇ 9ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਭ ਸੈ ਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨਾ ਜਾਏ, ਜੇ ਆਵੈ ਤੁਧ ਆਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।